ਹੁਣ ਜਿਹੜਾ ਦੁਬਾਰਾ ਇੱਕ ਗੱਲਬਾਤ ਚੱਲ ਰਹੀ ਹੈ ਕਿ ਦੁਬਾਰਾ ਸੈਕੰਡ ਵੇਵ ਆ ਰਹੀ ਹੈ। ਸੋ ਇਹ ਸਾਰੀਆਂ ਗੱਲਾਂ ਨੇ। ਕੁਝ ਕੁ ਵੈਕਸੀਨ ਬਾਰੇ ਅਪਡੇਟਸ ਕੀ ਆ, ਇੰਡੀਆ ਦੀ ਹਾਲਤ ਕੀ ਹੋਊਗੀ, ਉੱਥੇ ਬਹੁਤ ਜ਼ਿਆਦਾ ਚਿੰਤਾ ਬਣੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉੱਥੇ ਹਾਲਤ ਜ਼ਿਆਦਾ ਵਿਗੜੂਗੀ। ਅਸੀਂ ਮਾਰਚ ਵਿੱਚ ਅਪ੍ਰੈਲ ਵਿੱਚ ਵੀ ਗੱਲਬਾਤ ਕੀਤੀ ਸੀ ਕਿ ਜੂਨ ਦੇ ਵਿੱਚ ਇੰਡੀਆ ਦੀ ਹਾਲਾਤ ਜਿਹੜੇ ਆ ਗੰਭੀਰ ਹੋ ਜਾਣੇ ਆ ਔਰ ਬੀਤੇ ਕੱਲ੍ਹ ਉੱਥੇ ਸਭ ਤੋਂ ਵੱਧ ਜਿਹੜੇ ਕੇਸਿਸ ਆ ਉਹ ਆਏ ਆ। ਇਹਨਾਂ ਮੁੱਦਿਆਂ ਬਾਰੇ ਗੱਲਾਂ ਕੀ ਕੀਤਾ ਜਾ ਸਕਦਾ, ਬੱਚਿਆਂ ਨੂੰ ਕਿੱਦਾਂ ਬਚਾਇਆ ਜਾ ਸਕਦਾ, ਕੀ ਸਕੂਲੇ ਭੇਜਣਾ ਚਾਹੀਦਾ ਕਿ ਨਹੀਂ ਭੇਜਣਾ ਚਾਹੀਦਾ। ਸੰਸਾਰ ਪਰ ਜੇ ਦੇਖੀਏ ਤੇ ਇਸ ਵੇਲੇ 24.5 ਮਿਲੀਅਨ ਕੇਸਿਸ ਹੋ ਚੁੱਕੇ ਆ ਔਰ ਇਹਨਾਂ ਦੀ ਦਰ ਵੱਧਦੀ ਜਾਣੀ। ਮੈਨੂੰ ਲੱਗਦਾ ਜਦ ਤੱਕ ਕੋਵਿਡ ਫਿਨਿਸ਼ ਹੁੰਦਾ 50 ਮਿਲੀਅਨ ਤੋਂ ਵੀ ਉੱਤੇ ਕੇਸਿਸ ਜਾ ਸਕਦੇ ਆ। ਹਿੰਦੁਸਤਾਨ ਇਸ ਵੇਲੇ ਇਸ ਮਹਾਮਾਰੀ ਦੇ ਬਹੁਤ ਵੱਡੇ ਗ੍ਰਸਤ ਦੇ ਵਿੱਚ ਆ। 3.4 ਮਿਲੀਅਨ ਤੱਕ ਮਾਮਲੇ ਉੱਥੇ ਆ ਚੁੱਕੇ ਆ ਔਰ ਉਹਦੇ ਵਿੱਚੋਂ 75,000 ਨਵੇਂ ਕੇਸਿਸ ਕੱਲ੍ਹ ਉਹਨਾਂ ਨੇ ਦਰਜ ਕੀਤੇ। ਤਕਰੀਬਨ 60,000 ਤੋਂ ਜ਼ਿਆਦਾ ਮੌਤ ਹੋਈ ਔਰ ਮੈਨੂੰ ਚਲੋ ਹਰ ਇੱਕ ਬੰਦਾ ਜਿਹੜਾ ਹੈਗਾ ਉਹ ਰੱਬ ਨੂੰ ਔਰ ਸਾਨੂੰ ਪਿਆਰਾ ਹੈਗਾ ਜ਼ਰੂਰ, ਲੇਕਿਨ ਮੌਤਾਂ ਕਈ ਵਾਰ ਹੁੰਦੀਆਂ ਔਰ ਮੌਤ ਦੀ ਦਰ ਮੇਰੇ ਖਿਆਲ ਨਾਲ 1 ਲੱਖ ਤੋਂ ਉੱਤੇ ਹਿੰਦੁਸਤਾਨ 'ਚ ਜਾਊਗੀ। ਅਮਰੀਕਾ ਦੇ ਵਿੱਚ 2.5-3 ਲੱਖ ਤੱਕ ਜਾਊਗੀ। ਬ੍ਰਾਜ਼ੀਲ ਦੇ ਵਿੱਚ ਵੀ ਤੁਸੀਂ ਦੇਖੋ ਬਹੁਤ ਬੁਰਾ ਹਾਲ ਹੈਗਾ। ਰਸ਼ੀਆ 'ਚ ਨੰਬਰ ਵਧੇ ਲੇਕਿਨ ਉਹਨਾਂ ਦੀ ਮੌਤ ਦੀ ਦਰ ਥੋੜ੍ਹੀ ਘੱਟ। ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ, ਅੱਜ ਅਸੀਂ ਡਾਕਟਰ ਪ੍ਰਗਟ ਸਿੰਘ ਪੁਰਜੀ ਹੁਣ ਖਾਸ ਤੌਰ ਤੇ ਗੱਲਬਾਤ ਕਰਨ ਦੇ ਲਈ ਹਾਜ਼ਰ ਹੋਏ ਹਾਂ ਕੋਵਿਡ ਬਾਰੇ। ਅਸੀਂ ਅਕਸਰ ਗੱਲਬਾਤ ਕੀਤੀ ਮਾਰਚ ਤੋਂ, ਜਦੋਂ ਤੋਂ ਇਹ ਸਾਰਾ ਕੁਝ ਸ਼ੁਰੂ ਹੋਇਆ। ਲੰਬਾ ਸਮੇਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਰਹੇ ਹਾਂ, ਅਪਡੇਟਸ ਉਹਨਾਂ ਤੋਂ ਲੈਂਦੇ ਆ ਰਹੇ ਹਾਂ। ਹੁਣ ਜਿਹੜਾ ਦੁਬਾਰਾ ਇੱਕ ਗੱਲਬਾਤ ਚੱਲ ਰਹੀ ਹੈ ਕਿ ਦੁਬਾਰਾ ਸੈਕੰਡ ਵੇਵ ਆ ਰਹੀ ਆ ਜਾਂ ਦੂਜਾ ਇਸ਼ੂ ਆ ਕਿ ਸਕੂਲ ਖੁੱਲ੍ਹ ਰਹੇ ਆ। ਫੈਡਰਲ ਗਵਰਨਮੈਂਟ ਨੇ ਕੱਲ੍ਹ ਹੀ ਅਨਾਊਂਸ ਕੀਤੀ ਬਹੁਤ ਵੱਡੀ ਮਦਦ ਇਹ ਸਾਰੇ ਸਕੂਲ ਨੂੰ ਖੋਲ੍ਹਣ ਦੇ ਵਿੱਚ ਜੋ ਕੁਝ ਚਾਹੀਦਾ ਉਹਦੇ ਲਈ। ਸੋ ਇਹ ਸਾਰੀਆਂ ਗੱਲਾਂ ਨੇ। ਕੁਝ ਕੁ ਵੈਕਸੀਨ ਬਾਰੇ ਅਪਡੇਟਸ ਕੀ ਆ, ਇੰਡੀਆ ਦੀ ਹਾਲਤ ਕੀ ਹੋਊਗੀ, ਉੱਥੇ ਬਹੁਤ ਜ਼ਿਆਦਾ ਚਿੰਤਾ ਬਣੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉੱਥੇ ਹਾਲਤ ਜ਼ਿਆਦਾ ਵਿਗੜੂਗੀ। ਅਸੀਂ ਮਾਰਚ ਵਿੱਚ ਅਪ੍ਰੈਲ ਵਿੱਚ ਵੀ ਗੱਲਬਾਤ ਕੀਤੀ ਸੀ ਕਿ ਜੂਨ ਦੇ ਵਿੱਚ ਇੰਡੀਆ ਦੀ ਹਾਲਾਤ ਜਿਹੜੇ ਆ ਗੰਭੀਰ ਹੋ ਜਾਣੇ ਆ ਔਰ ਬੀਤੇ ਕੱਲ੍ਹ ਉੱਥੇ ਸਭ ਤੋਂ ਵੱਧ ਜਿਹੜੇ ਕੇਸਿਸ ਆ ਉਹ ਆਏ ਆ। ਇਹਨਾਂ ਮੁੱਦਿਆਂ ਬਾਰੇ ਗੱਲਾਂ ਕੀ ਕੀਤਾ ਜਾ ਸਕਦਾ, ਬੱਚਿਆਂ ਨੂੰ ਕਿੱਦਾਂ ਬਚਾਇਆ ਜਾ ਸਕਦਾ, ਕੀ ਸਕੂਲੇ ਭੇਜਣਾ ਚਾਹੀਦਾ ਕਿ ਨਹੀਂ ਭੇਜਣਾ ਚਾਹੀਦਾ, ਸਿਚੁਏਸ਼ਨ ਕੀ ਆ, ਕਦੋਂ ਕਿ ਸਾਰਾ ਕੁਝ ਖਤਮ ਹੋਊਗਾ, ਇਹਦੇ ਬਾਰੇ ਜਿਹੜੀਆਂ ਕੋਵਿਡ-19 ਬਾਰੇ ਅਪਡੇਟਸ ਲਈ ਅਸੀਂ ਡਾਕਟਰ ਪ੍ਰਗਟ ਸਿੰਘ ਪੁਰਜੀ ਹੁਣਾਂ ਨਾਲ ਹਾਜ਼ਰ ਹੋਏ ਹਾਂ। ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਆਇਆਂ। ਬਹੁਤ ਧੰਨਵਾਦ ਜਸਕਰਨ ਜੀ ਤੇ ਸਾਰੇ ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ, ਸਲਾਮ ਵਾਲੇਕੁਮ, ਕੇਮ ਸ਼ੋ ਕਸਾ ਹੈ, ਸਲੋ ਬੰਜੋਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਕੀ ਹਾਲਤ ਆ ਇਸ ਵੇਲੇ ਵਰਲਡ ਤੇ ਲੈਵਲ ਤੇ ਤਾਂ ਕੈਨੇਡਾ ਲੈਵਲ ਤੇ ਜੀ? ਕੈਨੇਡਾ ਠੀਕ ਹੈਗਾ, ਹਾਲਾਂਕਿ ਕੇਸਿਸ ਥੋੜ੍ਹੇ ਵੱਧ ਰਹੇ ਆ, 400 450 ਹੋ ਜਾਂਦੇ ਆ ਪੂਰੇ ਕੈਨੇਡਾ 'ਚ। BC 'ਚ 60 ਤੋਂ ਕਰੀਬਨ 100 ਦੇ ਲਾਗੇ ਚਾਗੇ ਹੋ ਜਾਂਦੇ ਆ। ਇੱਕ ਸਮਾਂ BC 'ਚ ਇਹੋ ਜਿਹਾ ਸੀ ਵੀ ਅਸੀਂ 10 ਤੋਂ ਥੱਲੇ ਚਲੇ ਗਏ ਸੀ ਔਰ ਬੜੀ ਵਧੀਆ ਇਹਨੂੰ ਵਰਲਡ ਦੇ ਵਿੱਚ ਸਭ ਤੋਂ ਵਧੀਆ ਮਾਡਲ ਗਿਣਿਆ ਜਾਂਦਾ ਸੀ। ਲੇਕਿਨ ਜਦੋਂ ਸਮਰ ਆਈ, ਜਿਹੜਾ ਆਵਾਮ ਹੈਗਾ ਖਾਸ ਕਰਕੇ ਯੂਥ ਆ, ਉਹਨੇ ਪਾਰਟੀਆਂ ਕਰਨੀਆਂ ਸ਼ੁਰੂ ਕਰਤੀਆਂ, ਉਹਨਾਂ ਨੇ ਉਲੰਘਣਾ ਬਹੁਤ ਕੀਤੀ ਤੇ ਕੇਸਿਸ ਵਧੇ ਆ। ਕੁਝ ਹਸਪੀਟਲ 'ਚ ਵੀ ਐਡਮਿਟ ਹੋਏ 14, ਕੁਝ ICU 'ਚ ਵੀ 4-5 ਜ਼ਿਆਦਾ ਵਧੇ ਆ ਪਿਛਲੀ ਵਾਰੀ ਨਾਲੋਂ। ਲੇਕਿਨ ਇਹ ਲੋਕ ਜਿਹੜੀ ਆਗਿਆ ਸੁਲਗਦੀ ਰਹੂਗੀ। ਕੋਵਿਡ ਜਿਹੜਾ ਹੈਗਾ ਸਾਡੇ ਕੋਲ ਰਹੂਗਾ ਕਰੀਬਨ 2 ਸਾਲ ਤੱਕ। WHO ਨੇ ਵੀ ਕਿਹਾ ਵੀ 2 ਸਾਲ ਤੱਕ ਸਾਨੂੰ ਹੋਰ ਇਹਦੇ ਨਾਲ ਜੂਝਣਾ ਪੈਣਾ ਔਰ ਇਹ ਪੈਂਡੇਮਿਕ ਉਹਦੇ ਬਾਅਦ ਖਤਮ ਹੋਏਗੀ। ਹਰ ਚੀਜ਼ ਜਿਹੜੀ ਸ਼ੁਰੂ ਹੁੰਦੀ ਉਹਦਾ ਅੰਤ ਤਾਂ ਹੁੰਦਾ ਨਾ। ਸੋ ਜਿੱਦਾਂ ਸਪੈਨਿਸ਼ ਫਲੂ ਵੀ 2-2.25 ਸਾਲ ਰਿਹਾ ਸੀ, ਉੱਦਾਂ ਕੋਵਿਡ ਦੀ ਵੀ ਪ੍ਰੈਡਿਕਸ਼ਨ ਹੈਗੀ ਆ। ਹੁਣ ਵੈਕਸੀਨ ਜਿਹੜੀ ਹੈਗੀ ਆ ਅਜੇ ਫੇਜ਼ 3 ਟ੍ਰਾਇਲ ਮੋਡਰਨਾ ਔਰ ਆਕਸਫੋਰਡ ਦੀ ਚੱਲ ਰਹੀ ਆ ਔਰ ਇਹ ਮੁਕੰਮਲ ਹੋਣ ਦੀ ਸੰਭਾਵਨਾ ਹੈਗੀ ਇਸ ਸਾਲ ਦੇ ਅੰਤ ਤੱਕ। ਲੇਕਿਨ ਕੈਨੇਡਾ ਨੇ ਮੋਡਰਨਾ ਦੇ ਨਾਲ ਸੰਧੀ ਤਾਂ ਕਰ ਲਈ ਹੈ ਨਾ। ਔਰ ਜਿਹੜੀ ਕੈਨਸਾਈਨੋ ਬਾਇਓਲੋਜਿਕਸ ਸੀ, ਜਿਹਨੂੰ ਅਸੀਂ ਇੰਟੈਲੈਕਚੁਅਲ ਮਟੀਰੀਅਲ ਸਾਰੇ ਸੈੱਲ ਲਾਈਨ ਅਸੀਂ ਹੈਲੀਫੈਕਸ ਤੋਂ ਦਿੱਤੇ ਸੀ। ਸਾਡੀ ਜਿਹੜੀ ਹੈਗੀ ਆ ਬਹੁਤ ਵੱਡੀ ਉੱਥੇ ਆਰਗੇਨਾਈਜੇਸ਼ਨ ਹੈਗੀ ਆ ਜਿਹੜੀ ਇਹ ਕੰਮ ਕਰਦੀ ਹੈ ਇਹਦੇ ਉੱਤੇ। ਉਹਨਾਂ ਨੇ ਪਹਿਲਾਂ ਕਿਹਾ ਸੀ ਹਾਂ ਤੁਹਾਡੇ ਨੂੰ ਵੈਕਸੀਨ ਦੇਵਾਂਗੇ, ਟਰਾਇਲਸ ਕਰਾਂਗੇ, ਲੇਕਿਨ ਅੱਜ ਉਹ ਕੁਛ ਨਾ ਕੁਛ ਵਜ੍ਹਾ ਕਰਕੇ ਉਹ ਜਿਹੜੀ ਤੰਦਾਂ ਟੁੱਟ ਗਈਆਂ ਤੇ ਕੈਨਸਾਈਨੋ ਬਾਇਓਲੋਜਿਕਸ ਦੇ ਨਾਲ ਕੋਈ ਸੰਧੀ ਨਹੀਂ ਹੋਏਗੀ। ਹੁਣ ਸੰਸਾਰ ਪਰ ਜੇ ਦੇਖੀਏ ਤੇ ਇਸ ਵੇਲੇ 24.5 ਮਿਲੀਅਨ ਕੇਸਿਸ ਹੋ ਚੁੱਕੇ ਆ ਔਰ ਇਹਨਾਂ ਦੀ ਦਰ ਵੱਧਦੀ ਜਾਣੀ। ਮੈਨੂੰ ਲੱਗਦਾ ਜਦ ਤੱਕ ਕੋਵਿਡ ਫਿਨਿਸ਼ ਹੁੰਦਾ 50 ਮਿਲੀਅਨ ਤੋਂ ਵੀ ਉੱਤੇ ਕੇਸਿਸ ਜਾ ਸਕਦੇ ਆ। ਹਿੰਦੁਸਤਾਨ ਇਸ ਵੇਲੇ ਇਸ ਮਹਾਮਾਰੀ ਦੇ ਬਹੁਤ ਵੱਡੇ ਗ੍ਰਸਤ ਦੇ ਵਿੱਚ ਆ। 3.4 ਮਿਲੀਅਨ ਤੱਕ ਮਾਮਲੇ ਉੱਥੇ ਆ ਚੁੱਕੇ ਆ ਔਰ ਉਹਦੇ ਵਿੱਚੋਂ 75,000 ਨਵੇਂ ਕੇਸਿਸ ਕੱਲ੍ਹ ਉਹਨਾਂ ਨੇ ਦਰਜ ਕੀਤੇ। ਕਰੀਬਨ 60,000 ਤੋਂ ਜ਼ਿਆਦਾ ਮੌਤ ਹੋਈ ਔਰ ਮੈਨੂੰ ਚਲੋ ਹਰ ਇੱਕ ਬੰਦਾ ਜਿਹੜਾ ਹੈਗਾ ਉਹ ਰੱਬ ਨੂੰ ਔਰ ਸਾਨੂੰ ਪਿਆਰਾ ਹੈਗਾ ਜ਼ਰੂਰ, ਲੇਕਿਨ ਮੌਤਾਂ ਕਈ ਵਾਰ ਹੁੰਦੀਆਂ
ਔਰ ਮੌਤ ਦੀ ਦਰ ਮੇਰੇ ਖਿਆਲ ਨਾਲ 1 ਲੱਖ ਤੋਂ ਉੱਤੇ ਹਿੰਦੁਸਤਾਨ 'ਚ ਜਾਊਗੀ, ਅਮਰੀਕਾ ਦੇ ਵਿੱਚ 2.5-3 ਲੱਖ ਤੱਕ ਜਾਊਗੀ, ਬ੍ਰਾਜ਼ੀਲ ਦੇ ਵਿੱਚ ਵੀ ਤੁਸੀਂ ਦੇਖੋ ਬਹੁਤ ਬੁਰਾ ਹਾਲ ਹੈਗਾ, ਰਸ਼ੀਆ 'ਚ ਨੰਬਰ ਵਧੇ ਲੇਕਿਨ ਉਹਨਾਂ ਦੀ ਮੌਤ ਦੀ ਦਰ ਥੋੜੀ ਘੱਟ ਹੈਗੀ ਹੈ। ਔਰ ਅਸੀਂ ਠੀਕ ਆ, ਅਸੀਂ ਇਹਨੂੰ ਕਹਿੰਦੇ ਸਲੋ ਬਰਨ, ਵੀ ਹੌਲੀ ਹੌਲੀ ਅੱਗ ਸੁਲਗਦੀ ਰਹੇ ਵੀ ਇਹਦੇ ਭਾਂਬੜ ਨਾ ਹੋਣ। ਜਿਹੜੇ ਭਾਂਬਰ ਉੱਪਰ ਜਾਣਗੇ ਉਹਨੂੰ ਆਪਾਂ ਸੈਕੰਡ ਵੇਵ ਕਹਿੰਦੇ ਆ, ਲੇਕਿਨ ਉਹਦਾ ਡਰ ਹੈਗਾ ਕਿਉਂਕਿ ਇਹ ਜ਼ਿਆਦਾ ਸਾਡੇ ਰੈਸਪੀਰੇਟਰੀ ਸਿਸਟਮ ਤੋਂ ਜਾਂਦਾ। ਜਿੱਦਾਂ ਫਲੂ ਦਾ ਵਾਇਰਸ ਜਿਹੜਾ ਹੈਗਾ ਉਹ ਸਿਆਲਾਂ 'ਚ ਜ਼ਿਆਦਾ ਹੁੰਦਾ, ਸਾਨੂੰ ਡਰ ਹੈ ਵੀ ਕਿਤੇ ਫਲੂ ਔਰ ਕੋਵਿਡ ਇਕੱਠੇ ਨਾ ਮਤਲਬ ਹੋਣ, ਕਿਉਂਕਿ ਦੋ ਚੀਜ਼ਾਂ ਅਗਰ ਇਕੱਠੀਆਂ ਆਈਆਂ ਤਾਂ ਬੰਦੇ ਨੂੰ ਢਾਹ ਸਕਦੇ, ਜਿਹਦਾ ਇਮਿਊਨ ਸਿਸਟਮ ਵੀ ਤਗੜਾ ਹੋਵੇ। ਇਹਦੇ 'ਚ ਅੱਛੀ ਗੱਲ ਇੱਕ ਆਸਟ੍ਰੇਲੀਆ ਤੋਂ ਸਾਨੂੰ ਸਿੱਖਣ ਨੂੰ ਆ ਰਹੀ ਹੈ ਜਸਕਰਨ ਜੀ, ਉਹਨਾਂ ਦਾ ਜਿਹੜਾ ਵਿੰਟਰ ਹੈ ਉਹ ਫਿਨਿਸ਼ ਹੋ ਗਿਆ, ਹੁਣ ਉਹ ਬਸੰਤ ਰਿਤੂ 'ਚ ਆਇਆ, ਸਪਰਿੰਗ 'ਚ ਆਇਆ। ਉਹਨਾਂ ਨੇ ਦੇਖਿਆ ਵੀ ਉਹਨਾਂ ਦੇ ਵਿੱਚ 90% ਇਨਫਲੂਐਂਜ਼ਾ ਜਿਹੜਾ ਫਲੂ ਦੇ ਕੇਸਿਸ ਉਹ ਘਟੇ, ਕਿਉਂਕਿ ਜਿਹੜੇ ਕੋਵਿਡ ਦੇ ਰਿਸਟ੍ਰਿਕਸ਼ਨ ਲਿੱਤੇ ਆਪਾਂ 6-8 ਫੁੱਟ ਦੀ ਦੂਰੀ ਆ, ਮਾਸਕ ਪਾਉਣਾ, ਹੈਂਡ ਸੈਨੀਟਾਈਜੇਸ਼ਨ, ਉਹਨੇ ਜਿਹੜੇ ਹੋਰ ਵਾਇਰਸ ਸੀ ਜਿਹਦੇ ਨਾਲ ਸਾਨੂੰ ਚੈਸਟ ਇਨਫੈਕਸ਼ਨ ਹੁੰਦਾ ਸੀ, ਇਨਫਲੂਐਂਜ਼ਾ, ਪੈਰਾ ਇਨਫਲੂਐਂਜ਼ਾ, ਰਾਈਨੋ, ਐਡੀਨੋ ਆਰਐਸ ਵੀ ਉਹਦੀ ਦਰ ਵੀ ਘਟੀ ਆ ਔਰ 90% ਮੌਤਾਂ ਵੀ ਘਟੀਆਂ ਫਲੂ ਕਰਕੇ। ਸੋ ਇੱਕ ਗੁੱਡ ਨਿਊਜ਼ ਹੈਗੀ ਆ ਵੀ ਅਗਰ ਇਹ ਸਭੇ ਰਹੀ ਅਸੀਂ ਤਾਂ ਹੋਰ ਸਾਰੇ ਵੀ ਵਾਇਰਸ ਜਿਹੜੇ ਹੈਗੇ ਲੰਗਸ ਤੋਂ ਜਿਹੜੇ ਟ੍ਰਾਂਸਮਿਟ ਹੁੰਦੇ ਆ ਅਸੀਂ ਉਸ ਤੋਂ ਬਚ ਸਕਦੇ ਆ। ਜਿਹੜਾ ਤੁਸੀਂ ਜ਼ਿਕਰ ਕੀਤਾ ਅੱਜ ਸਵੇਰੇ ਨਿਊਜ਼ ਆਈ ਹੈ ਕੈਨਸਾਈਨੋ ਦੇ ਨਾਲ ਜੋ ਕੈਨੇਡਾ ਦਾ ਸੀਗਾ, ਉਹਦੇ ਨਾਲ ਹੁਣ ਕੋਈ ਵੈਕਸੀਨ ਦੇ ਲੇਟ ਹੋਣ 'ਚ ਜਾਂ ਪਹਿਲਾਂ ਹੋਣ 'ਚ ਫਰਕ ਪਊਗਾ ਜਾਂ ਦੂਜੀ ਆਪਸ਼ਨ ਕੀ ਹੈ ਜਾਂ ਇਹਦਾ ਕੀ ਹੈ ਜੀ? ਪਹਿਲੋਂ ਸਾਡਾ ਇਹ ਸੀ ਵੀ ਕੈਨਸਾਈਨੋ ਬਾਇਓਲੋਜਿਕਸ ਜਿਹੜੀ ਹੈਗੀ ਉਹਨਾਂ ਨੇ ਫੇਜ਼ 2 ਟ੍ਰਾਇਲਸ ਤਾਂ ਚਾਈਨਾ 'ਚ ਕਰ ਲਏ ਤੇ ਅਸੀਂ ਚਾਹੁੰਦੇ ਸੀ ਵੀ ਸਾਡੇ ਸਰਜ਼ਮੀਨ ਦੇ ਉੱਤੇ ਵੀ ਟ੍ਰਾਇਲਸ ਸ਼ੁਰੂ ਹੋਣ, ਖਾਸ ਕਰਕੇ ਫੇਜ਼ 3 ਹੁੰਦੇ ਆ, ਕਿਉਂਕਿ ਜਦੋਂ ਹੁਣ ਆਪਾਂ ਫੇਜ਼ 3 ਦੀ ਗੱਲ ਕਰੀਏ, ਲੈਟਸ ਸੇ ਮੋਡਰਨਾ ਜਿਹੜੀ ਹੈਗੀ ਆ ਉਹ ਨੰਬਰ 1 ਆ ਜਾਂ ਉਹਦੇ ਨਾਲ ਨਾਲ ਹੀ ਆਕਸਫੋਰਡ ਵੀ ਨੰਬਰ 1 ਤੇ ਹੀ ਚੱਲ ਰਹੀ ਆ। ਹਾਂਜੀ, ਮੋਡਰਨਾ ਵਾਲੇ ਕਹਿੰਦੇ ਅਸੀਂ 30,000 ਲੋਕਾਂ ਤੇ ਕਰਨਾ, ਪਹਿਲਾਂ ਉਹਨਾਂ ਨੇ ਕੁਝ ਕੰਟਰੀਜ਼ 'ਚ ਕਰਨਾ ਸੀ ਲੇਕਿਨ ਅਮਰੀਕਨਸ ਨੂੰ ਉਹ ਇਜਾਜ਼ਤ ਨਹੀਂ ਮਿਲ ਰਹੀ ਕਿਉਂਕਿ ਉੱਥੇ ਬਹੁਤ ਜ਼ਿਆਦਾ ਹੈਗੇ ਕੋਵਿਡ। ਸੋ ਉਹਨਾਂ ਨੇ 85 ਏਰੀਏ ਅਮਰੀਕਾ ਦੇ ਵਿੱਚ ਹੀ ਕਰਨੇ ਆ ਔਰ ਉਹਦੇ ਵਿੱਚ ਇਦਾਂ ਹੁੰਦਾ ਵੀ 50% 15,000 ਲੋਕਾਂ ਨੂੰ ਵੈਕਸੀਨ ਮਿਲੂਗਾ, 15,000 ਲੋਕਾਂ ਨੂੰ ਪਾਣੀ ਦਾ ਸ਼ਾਟ ਮਿਲੂਗਾ, ਲੇਕਿਨ ਜਿਹੜਾ ਦੇਣ ਵਾਲਾ ਉਹਨੂੰ ਨਹੀਂ ਪਤਾ ਉਹ ਕੀ ਦੇ ਰਿਹਾ ਔਰ ਜਿਹੜਾ ਲੈਣ ਵਾਲਾ ਉਹਨੂੰ ਵੀ ਨਹੀਂ ਪਤਾ ਕੀ ਉਹਨੂੰ ਮਿਲ ਰਿਹਾ। ਉਹਨੂੰ ਕਹਿੰਦੇ ਆ ਡਬਲ ਬਲਾਈਂਡ ਰੈਂਡਮਾਈਜ਼ਡ ਕੰਟਰੋਲ ਟ੍ਰਾਇਲ, ਇਹਨੂੰ ਮੈਡੀਕਲ ਟਰਮ 'ਚ ਵੀ ਅੱਖਾਂ ਪੇਸ਼ੈਂਟ ਦੀਆਂ ਵੀ ਬੰਨੀਆਂ ਹੋਈਆਂ ਔਰ ਦੇਣ ਵਾਲੇ ਦੀ ਵੀ ਬੰਨੀ ਹੋਈ, ਦੋਵਾਂ ਨੂੰ ਨਹੀਂ ਪਤਾ। ਉਹਦੇ ਬਾਅਦ ਜਿਹੜਾ ਡੇਟਾ ਆਉਂਦਾ ਵੀ ਐਂਟੀਬਾਡੀ ਕਿੱਦਾਂ ਬਣ ਰਹੀ ਆ, ਉਹ ਫਿਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਦਾ। ਉਹਦਾ ਡਾਕਟਰ ਸਾਹਿਬ ਕਿੱਦਾਂ, ਜਿਹਨੂੰ ਪਾਣੀ ਲੱਗ ਗਿਆ ਉਹਦਾ ਕੀ ਫਾਇਦਾ, ਉਹਨੂੰ ਕੀ ਪਤਾ ਲੱਗਿਆ ਜੀ? ਉਹਦੇ ਬੋਡੀ 'ਚ ਕੀ ਐਂਟੀਬਾਡੀ ਬਣਦੀਆਂ ਕਿ ਨਹੀਂ ਬਣਦੀਆਂ ਦੇਖਣਾ ਪਊਗਾ ਵੀ ਵੈਕਸੀਨ ਦੀ ਐਫੀਕੇਸੀ ਕਿੰਨੀ ਪਰਸੈਂਟੇਜ ਹੈਗੀ ਹੈ। ਜਿਹਨੂੰ ਪਾਣੀ ਲੱਗਦਾ ਉਹਦੇ ਐਂਟੀਬਾਡੀਜ਼ ਨਹੀਂ ਬਣਨੀਆਂ ਚਾਹੀਦੀਆਂ, ਰਾਈਟ? ਜਿਹਦੇ ਲੱਗਦਾ ਉਹਦੇ 90 to 95% ਐਂਟੀਬਾਡੀਜ਼ ਬਣਨੀਆਂ ਚਾਹੀਦੀਆਂ, ਹੈ ਨਾ? ਸੋ ਇਹੀ ਵੈਕਸੀਨ ਦੀ ਜਿਹੜੀ ਹੈਗੀ ਆ ਐਫੀਕੇਸੀ, ਹੁਣ ਐਫੀਕੇਸੀ ਦਾ ਮੈਨੂੰ ਪੰਜਾਬੀ ਲਫ਼ਜ਼ ਨਹੀਂ ਹੁੰਦਾ ਵੀ ਜਿੰਨੀ ਉਹਦਾ ਮਾਰ ਕਿੰਨੀ ਹੈ, ਮਾਰ ਕਿੰਨੀ ਹੈਗੀ ਆ ਉਹ ਸਾਨੂੰ ਦੱਸਦੇ ਆ। ਅਗਰ ਸਮਝੋ ਵੈਕਸੀਨ ਵਾਲਿਆਂ ਨੂੰ ਦਿੱਤਾ ਔਰ ਉਹ 50% ਹੀ ਐਂਟੀਬਾਡੀ ਬਣਾ ਰਿਹਾ, ਜਿਹਨੂੰ ਪਾਣੀ ਲਾਇਆ ਉਹਦੇ ਵੀ 30-40% ਐਂਟੀਬਾਡੀ ਬਣੀ ਪਈ ਆ, ਹੈ ਨਾ? ਤਾਂ ਫਿਰ ਤਾਂ ਵੈਕਸੀਨ ਯੂਸਲੈਸ ਹੈਗੀ ਵੀ ਉਸ ਤੋਂ ਐਵੇਂ ਆਪਾਂ ਡਰਾਮਾ ਕਰੀ ਜਾਂਦੇ। ਔਰ ਜਿਹੜਾ ਫੇਜ਼ 1 ਔਰ 2 ਟ੍ਰਾਇਲ ਹੁੰਦਾ ਨਾ ਉਹ 'ਚ ਵੈਕਸੀਨ ਹੀ ਲਾਈਦੀ ਆ, ਉਹ 'ਚ ਹੋਰ ਨਹੀਂ ਪਾਣੀ ਵਾਲੇ ਟੀਕੇ ਲਾਈਦੇ। ਉਹ ਸਾਰੇ ਕਹਿੰਦੇ ਸਾਡੀ ਵਧੀਆ 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 ਕਿਉਂਕਿ ਐਂਟੀਬਾਡੀਜ਼ ਤਾਂ ਬਣੀਆਂ, ਲੇਕਿਨ ਜਦੋਂ ਆਪਾਂ ਡਬਲ ਬਲਾਈਂਡ ਰੈਂਡਮਾਈਜ਼ ਕੰਟਰੋਲ ਟ੍ਰਾਇਲ 'ਚ ਹੈ ਨਾ ਉਹਨੇ, ਕਿਉਂਕਿ ਫੇਜ਼ 3 ਤੋਂ ਬਾਅਦ ਹੀ ਵੈਕਸੀਨ ਹਮੇਸ਼ਾ ਅਪਰੂਵ ਹੁੰਦੀ ਆ। ਹੁਣ ਮੋਡਰਨਾ ਦੇ ਨਾਲ ਅਨੀਤਾ ਜਿਹੜੀ ਆਨੰਦ ਜੀ ਹੈਗੇ ਸਾਡੇ, ਉਹਨਾਂ ਨੇ ਸੰਧੀ ਕੀਤੀ ਆ, ਅਮਾਉਂਟ ਡਿਸਕਲੋਜ਼ ਨਹੀਂ ਕੀਤਾ ਜੀ, ਲੇਕਿਨ 70 ਮਿਲੀਅਨ ਉਹਨਾਂ ਨੇ ਟੀਕੇ, 70 ਮਿਲੀਅਨ ਜਿਹੜੇ ਅਲਕੋਹਲ ਸਵਾਬ ਤੇ 70 ਮਿਲੀਅਨ ਉਹਨਾਂ ਨੇ ਬੈਂਡੇਜਸ ਵੀ ਆਰਡਰ ਕੀਤੇ। ਹੁਣ ਸਾਡੀ ਆਬਾਦੀ ਹੈਗੀ 37 ਮਿਲੀਅਨ, ਇਸ ਤੋਂ ਕੀ ਜ਼ਾਹਿਰ ਹੁੰਦਾ ਵੀ ਸ਼ਾਇਦ 2 ਟੀਕੇ ਲਾਉਣੇ ਪੈਣ, ਵੀ ਇੱਕ ਟੀਕਾ ਪਹਿਲੋਂ ਤੇ ਮਹੀਨੇ ਕੇ ਬਾਅਦ ਦੂਜਾ। ਔਰ ਮੈਨੂੰ ਲੱਗਦਾ ਸਮਾਂ ਇਹ ਵੀ ਆ ਸਕਦਾ ਵੀ ਹਰ ਸਾਲ ਹੀ ਸਾਨੂੰ ਕੋਵਿਡ ਦੇ ਸ਼ਾਟ ਲਾਉਣੇ ਪੈਣ, ਜਿੱਦਾਂ ਫਲੂ ਦੇ ਅਸੀਂ ਹਰ ਸਾਲ ਲਾਉਂਦੇ ਆ। ਡਾਕਟਰ ਸਾਹਿਬ ਜਿਹੜੀ ਅਮਰੀਕਾ ਦੇ ਵਿੱਚ ਗੱਲਬਾਤ ਹੋ ਰਹੀ ਸੀ ਕਿ 3 ਨਵੰਬਰ ਉਹਨਾਂ ਦੀ ਇਲੈਕਸ਼ਨ ਆ, ਰਾਸ਼ਟਰਪਤੀ ਟਰੰਪ ਨੇ ਕਿਹਾ ਸੀ ਵੀ ਉਹ ਤੋਂ ਪਹਿਲਾਂ ਵੈਕਸੀਨ ਆ ਸਕਦੀ ਆ, ਵੀ ਅਸੀਂ ਵੀ ਕੁਛ ਨਾ ਕੁਛ ਜਿਹੜਾ ਬਾਈਪਾਸ ਕਰ ਲਾਂਗੇ, ਪੋਸੀਬਲ ਹੈ ਜੀ? ਨਹੀਂ, ਐਕਚੁਅਲੀ ਵੈਕਸੀਨ ਡਿਲੇ ਹੋ ਗਈ, ਉਹਦੇ 2-3 ਰੀਜ਼ਨ ਹੈਗੇ ਆ ਵੀ ਜਿਹੜਾ ਤੁਹਾਡਾ ਆਵਾਮ ਹੈਗਾ, ਜਿਹੜਾ ਐਥਨਿਕ ਡਾਈਵਰਸਿਟੀ ਆ, ਉਹਨੂੰ ਵੀ ਵੈਕਸੀਨ ਰਿਪਰੈਜ਼ੈਂਟ ਕਰਨੀ ਚਾਹੀਦੀ ਆ। ਜਦੋਂ ਹੁਣ ਦੇਖੋ ਜਿਹੜੇ ਕਲਰਡ ਲੋਕੀ ਅਮਰੀਕਾ 'ਚ 18% ਆ, ਲੇਕਿਨ ਉਹਨਾਂ ਨੂੰ ਮੈਕਸੀਕਨ ਤੇ ਜਿਹੜੇ ਡਾਰਕ ਰੰਗ ਦੇ ਲੋਕ ਆ ਉਹ ਰਿਕਰੂਟ ਕਰਨ 'ਚ ਪ੍ਰੋਬਲਮ ਆ ਰਹੀ ਹੈ, ਸਿਰਫ 5% ਇਸ ਵੇਲੇ ਰਿਕਰੂਟ ਹੋਇਆ। ਸੋ ਇਸ ਲਈ ਉਹ ਵੈਕਸੀਨ ਦੀ ਜਿਹੜੀ ਹੈਗੀ ਜਦੋਂ ਪੇਪਰ ਸਾਹਮਣੇ ਆਉਂਦੇ ਆ ਪ੍ਰੋਪਰ ਟੀਕੇ ਦੇ ਨਾਲ ਹੋਈ ਕਿ ਨਹੀਂ ਉਹ ਵੀ ਜ਼ਰੂਰੀ ਆ। ਹੁਣ ਜਿਹੜੀ ਆਕਸਫੋਰਡ ਵਾਲੀ ਆ ਉਹ ਯੂਰਪ 'ਚ ਕਰ ਰਹੇ ਆ, ਕੁਝ ਬ੍ਰਾਜ਼ੀਲ 'ਚ ਕਰ ਰਹੇ ਆ, ਕੁਝ ਅਮਰੀਕਾ 'ਚ ਕਰ ਰਹੇ ਆ। ਸੋ ਕਿਉਂਕਿ ਯੂਰਪ 'ਚ ਥੋੜਾ ਕੰਟਰੋਲਡ ਹੈਗਾ ਸੀ, ਇਸ ਲਈ ਉਹਨਾਂ ਨੂੰ ਮਾਨਤਾ ਮਿਲੀ ਵੀ ਤੁਸੀਂ ਹੋਰ ਜਗ੍ਹਾ ਵੀ ਕਰੋ, ਲੇਕਿਨ ਉਹਨਾਂ ਦੇ 50,000 ਦਾ ਟਾਰਗੇਟ ਹੈਗਾ, ਉਹਦੇ ਵਿੱਚੋਂ 25 ਨੂੰ ਮਿਲੂਗੀ, 25 ਨੂੰ ਪਾਣੀ ਮਿਲੂਗਾ। ਸੋ ਇਹ ਸਾਰੀਆਂ ਗੱਲਾਂ ਮੈਨੂੰ ਲੱਗਦਾ ਵੀ ਅਗਲੇ ਸਾਲ ਦੇ ਸਟਾਰਟਿੰਗ 'ਚ ਹੀ ਵੈਕਸੀਨ ਆਊਗੀ
ਲੇਕਿਨ ਡਾਕਟਰ ਟੈਡਰਸ ਨੇ ਬਿਆਨ ਦਿੱਤਾ ਸੀ ਪਿਛਲੇ ਹਫਤੇ ਵੀ 2 ਸਾਲ ਤੱਕ ਇਹ ਮਹਾਮਾਰੀ ਦਬ ਜੂਗੀ, ਕਿਉਂਕਿ ਉਹਦੇ 'ਚ ਇਹ ਗੱਲ ਹੋਣੀ ਆ, ਪਹਿਲਾਂ ਤਾਂ ਵੈਕਸੀਨ ਆ ਜਾਣੀ ਆ ਉਸ ਟਾਈਮ ਤੱਕ, ਦੂਜੀ ਗੱਲ ਕਾਫੀ ਲੋਕਾਂ ਨੂੰ ਨੈਚੁਰਲੀ ਕੋਵਿਡ ਵੀ ਹੋ ਜਾਣਾ। ਸੋ ਅਗਰ 70% ਦੇ ਲਾਗੇ ਚਾਗੇ ਵੈਕਸੀਨ ਜਾਂ ਨੈਚੁਰਲ ਹੋ ਜਾਵੇ ਤਾਂ ਫਿਰ ਉਹ ਵਾਇਰਸ ਹੌਲੀ ਹੌਲੀ ਦਬ ਜਾਂਦਾ, ਜਿਹਨੂੰ ਆਪਾਂ ਕਹਿੰਦੇ ਆ ਹਰਡ ਇਮਿਊਨਿਟੀ, HERD, ਹਰਡ ਇਮਿਊਨਿਟੀ। ਤੇ ਡਾਕਟਰ ਸਾਹਿਬ ਹੁਣ ਬੱਚਿਆਂ ਦਾ ਕੀ ਕਰਨਾ ਚਾਹੀਦਾ? ਸਕੂਲ ਖੁੱਲਣ ਲੱਗੇ ਆ, ਮਾਪੇ ਕਿਤੇ ਨਾ ਕਿਤੇ ਦੁਚਿੱਤੀ 'ਚ ਵੀ ਆ, ਕੁਝ ਕਹਿੰਦੇ ਵੀ ਕਿਉਂਕਿ ਇੱਕ ਤਾਂ ਇਹ ਕਿਹਾ ਜਾ ਰਿਹਾ ਵੀ ਇਹ ਤਾਂ ਖੇਡ ਹੀ ਬਹੁਤ ਲੰਬੀ ਆ, ਇਹਦਾ ਤਾਂ ਕੋਈ ਦੇਸੀ ਨਹੀਂ ਰਿਹਾ, ਦੂਜਾ ਸਿਰਾ ਇੱਕ ਵਾਰੀ ਤਾਂ ਭੇਜਣਾ ਹੀ ਪੈਣਾ, ਵੀ ਜ਼ਹਿਮਤ ਐਡੀ ਲੰਬੀ ਹੈ ਇਹ। ਦੂਜਾ ਹੈਗਾ ਵੀ ਬੱਚਿਆਂ ਦੇ ਉੱਤੇ ਐਕਸਪੈਰੀਮੈਂਟ ਕੀਤਾ ਜਾ ਰਿਹਾ ਵੀ ਇਹਨਾਂ ਨੂੰ ਸਕੂਲ 'ਚ ਭੇਜ ਕੇ ਦੇਖ ਲਈਏ ਵੀ ਇਹਨਾਂ ਨੂੰ ਜਿਹੜਾ ਕੋਵਿਡ ਹੁੰਦਾ ਕਿ ਨਹੀਂ ਹੁੰਦਾ, ਕੀ ਲੱਗਦਾ ਜੀ? देखो मेरे को पिछले हम 2-3 हफ्ते लगातार पेरेंट भी चिंतित आ और बच्चे भी चिंता एंगजाइटी होई पई आ, क्योंकि ये सारी गल्लां ਬੰਬਾਰਡਮੈਂਟ ਚੱਲ ਰਹੀ ਹੈ, ਰੋਜ਼ ਮੀਡੀਆ ਤੋਂ ਚੱਲ ਰਹੀ ਆ, ਉਹਨਾਂ ਦੇ ਪੈਰੈਂਟਸ ਗਰੁੱਪ ਤੋਂ ਚੱਲ ਰਹੀ ਆ। ਜਿਹੜੇ ਸਰੀ ਦਾ ਸਕੂਲ ਬੋਰਡ ਹੈਗਾ ਉਹ ਸਭ ਤੋਂ ਵੱਡਾ ਹੈਗਾ, 60 ਇਹਦੇ ਹੈਗੇ ਡਿਸਟ੍ਰਿਕਟ ਜੀ ਜੀ, ਔਰ ਟੋਟਲ ਬੱਚਾ ਜਿਹੜਾ BC 'ਚ ਪੜਦਾ ਕਰੀਬਨ 6 ਲੱਖ ਦੇ ਲਾਗੇ ਚੱਗੇ ਆ। ਔਰ ਮਾਨਯੋਗ ਪ੍ਰਧਾਨ ਮੰਤਰੀ ਨੇ ਕੱਲ $2 ਬਿਲੀਅਨ ਦਿੱਤਾ ਪੂਰੇ ਕੈਨੇਡਾ ਨੂੰ, ਉਹਦੇ ਵਿੱਚੋਂ BC ਨੂੰ $242 ਮਿਲੀਅਨ ਮਿਲਣਾ, ਤਾਂ ਕਿ ਸਕੂਲ ਦੀ ਜਿਹੜੀ ਸੇਫਟੀ ਪ੍ਰੋਟੋਕਾਲ ਆ ਉਹ ਠੀਕ ਤਰ੍ਹਾਂ ਫੋਲੋ ਕੀਤੇ ਜਾਣ। ਉਹਦਾ ਮਤਲਬ ਇਹ ਹੁੰਦਾ ਵੀ ਹੈਂਡ ਸੈਨੀਟਾਈਜ਼ਰ ਹੋਵੇ, 2 ਮਾਸਕ ਹੋਣ, ਉਹਨਾਂ ਦਾ ਵੈਂਟੀਲੇਸ਼ਨ ਸਿਸਟਮ ਵਧੀਆ ਹੋਵੇ, ਉਹਨਾਂ ਦਾ ਏਰੀਆ ਜਿੱਥੇ ਉਹਨਾਂ ਨੇ ਖੇਡਣਾ ਉਹ ਵਧੀਆ ਹੋਏ, ਅਪਗ੍ਰੇਡਸ ਮਤਲਬ ਟੀਚਰ ਵਾਸਤੇ ਵੀ, ਸਟੂਡੈਂਟ ਵਾਸਤੇ ਵੀ, ਔਰ ਜਿਹੜਾ ਸਕੂਲ ਦਾ ਸਟਰਕਚਰ ਆ ਉਹਦੇ ਵਾਸਤੇ ਵੀ। ਹੁਣ ਬੱਚਿਆਂ ਦੀ ਜਿਹੜੀ ਐਜੂਕੇਸ਼ਨ ਆ, ਦੇਖੋ ਅਸੀਂ ਵੀ ਸਕੂਲੇ ਪੜ੍ਹਦੇ ਰਹੇ ਹੈ ਨਾ, ਸਕੂਲ ਬਹੁਤ, ਗੁਰੂਕੁਲ ਜਾਂ ਸਕੂਲ ਬੱਚਿਆਂ ਦੇ ਜੀਵਨ ਦਾ ਬਹੁਤ ਵਧੀਆ ਔਰ ਬਹੁਤ ਅੱਛਾ ਅੰਗ ਹੁੰਦਾ ਜੀ। ਘਰੋਂ ਜਾਣਾ, ਉਹਨਾਂ ਨੇ ਸਕੂਲੇ ਜਾਣਾ, ਇੱਕ ਰੂਟੀਨ ਬਣਦਾ, ਇੱਕ ਡਿਸਪਲਿਨ, ਇੱਕ ਅਨੁਸ਼ਾਸਨ। देखो 2+2 = 4 ये तो सारे सीख लेंगे है ना, लेकिन सोशल डेवलपमेंट, इमोशनल डेवलपमेंट, फ्रेंडशिप, टीचर स्टूडेंट रिलेशनशिप, दोस्तियाँ, बाकी स्पोर्ट्स, होर चीज़ां, आर्ट्स, म्यूजिक, सारिया चीज़ां वो आप स्कूले ही सीखते हैं ना, और वो चीज़ां दे नाल असीं पार्टिसिपेट करांगे तां ही होगा। ਹੁਣ ਜਿਹੜੇ ਆਪਾਂ ਕੈਨੇਡਾ 'ਚ ਨੰਬਰ ਕਹਿੰਦੇ 1,26,000 ਚਲੋ ਮਾਮਲੇ ਆ ਗਏ, 9,000 ਤੋਂ ਜ਼ਿਆਦਾ ਮੌਤਾਂ ਹੋਈਆਂ, ਲੇਕਿਨ ਉਹਦੇ ਵਿੱਚੋਂ ਸਿਰਫ 7,888 ਸੀ ਜਿਹੜੇ ਮਾਮਲੇ ਪੋਜ਼ਿਟਿਵ ਆਏ, ਜਿਹਦੇ ਵਿੱਚੋਂ ਕੁਝ ਹਸਪੀਟਲ 'ਚ ਐਡਮਿਟ ਹੋਏ ਔਰ ਇੱਕ ਬੱਚੇ ਨੇ ਦਮ ਤੋੜਿਆ ਕੋਵਿਡ ਤੋਂ। ਸੋ ਅਗਰ ਆਪਾਂ ਕਹੀਏ 0.7% ਬੱਚੇ ਆ ਟੋਟਲ ਇਨਫੈਕਟਡ ਹੋਏ ਔਰ 8,000 ਤੋਂ ਇੱਕ ਮੌਤ ਹੋਈ। ਸਕੂਲਾਂ ਦੇ ਵਿੱਚ ਜਦੋਂ ਆਪਾਂ ਭੇਜਾਂਗੇ ਬੱਚਿਆਂ ਨੂੰ, ਸਕੂਲ ਵਾਲੇ ਵੀ ਉਹਨਾਂ ਦੀ ਜ਼ਿੰਮੇਵਾਰੀ ਵੀ ਉਹ ਸੇਫਟੀ ਪ੍ਰੋਟੋਕਾਲ ਫੋਲੋ ਕਰਨਗੇ, ਲੇਕਿਨ ਕਿਉਂਕਿ ਸਕੂਲ ਦੇ ਵਿੱਚ 300-400 ਬੱਚਾ ਪੜ੍ਹਦਾ, ਵੱਖ-ਵੱਖ ਏਰੀਆ ਤੋਂ ਆ ਰਿਹਾ, ਤਾਂ ਆਊਟਬ੍ਰੇਕ ਹੋਣ ਦੀ ਸੰਭਾਵਨਾ ਹੈਗੀ ਆ। ਇਸ ਲਈ ਉਹਨਾਂ ਨੇ ਜਿਹੜੇ ਛੋਟੇ ਬੱਚੇ ਆ ਉਹਨਾਂ ਦਾ ਪੌਡ 60 ਦਾ ਰੱਖਿਆ, ਜਿਹੜੇ ਵੱਡੇ ਬੱਚੇ 120 ਦਾ ਰੱਖਿਆ, ਵੀ ਉਹਦੇ ਵਿੱਚ ਹੀ ਉਹਨਾਂ ਨੇ ਆਪਣੇ ਦਾਰੋਮਦਾਰ ਕਰਨੇ ਆ, ਸਮੈਸਟਰਸ ਪਾਸ ਕਰਨੇ ਆ, ਤਾਂ ਕਿ ਅਗਰ ਉਹ ਏਰੀਆ ਦੇ ਵਿੱਚ ਕੋਵਿਡ ਹੁੰਦਾ ਤੇ 60 ਨੂੰ ਆਈਸੋਲੇਸ਼ਨ ਕਰਨਾ ਸੌਖਾ ਹੁੰਦਾ। ਸਾਡੇ ਘਰਾਂ ਦੇ ਵਿੱਚ ਬਜ਼ੁਰਗ ਰਹਿੰਦੇ, ਦਾਦਾ ਦਾਦੀ, ਨਾਨਾ ਨਾਨੀ, ਜੁਆਇੰਟ ਫੈਮਿਲੀ ਆ, ਜਿਹੜੇ ਨਾ ਕੋਵਿਡ 60 ਤੋਂ ਉੱਤੇ ਆ, ਜਿੱਦਾਂ ਦਾ ਇਮਿਊਨ ਸਿਸਟਮ ਚੰਗਾ ਨਹੀਂ ਹੁੰਦਾ, ਉਹਨੂੰ ਜ਼ਿਆਦਾ ਤੰਗ ਕਰਦਾ। ਹੁਣ ਬੱਚਾ ਗਿਆ ਸਕੂਲੇ ਜੀ, ਬੱਚੇ ਨੇ ਸਕੂਲੋਂ ਲੈ ਆਉਂਦਾ ਹੈ ਨਾ, ਬੱਚੇ ਨੂੰ ਸਿੰਪਟਮਸ ਮਾਈਲਡ ਹੋ ਸਕਦੇ ਜਾਂ ਨਹੀਂ ਵੀ ਹੋ ਸਕਦੇ, ਜਾਂ ਪ੍ਰੀ ਸਿੰਪਟੋਮੈਟਿਕ ਹੋ ਸਕਦਾ, ਮੀਨਸ ਲੱਛਣ ਹੋਣ ਤੋਂ 3-4 ਦਿਨ ਪਹਿਲਾਂ ਕੋਈ ਸਿੰਪਟਮਸ ਨਹੀਂ, ਜਾਂ ਉਹਨੂੰ ਬਿਲਕੁਲ ਮਾਈਲਡ ਵੀ ਸਿੰਪਟਮਸ ਹੋ ਸਕਦੇ ਜਾਂ ਬਿਲਕੁਲ ਸਿੰਪਟਮਸ ਹੋ ਵੀ ਨਹੀਂ ਸਕਦੇ। ਉਹ ਫਿਰ ਅਗਰ ਆਪਣੇ ਗ੍ਰੈਂਡ ਪੈਰੈਂਟਸ ਨੂੰ ਦਿੰਦਾ ਤੇ ਗ੍ਰੈਂਡ ਪੈਰੈਂਟਸ ਜ਼ਿਆਦਾ ਸਿੱਕ ਹੋ ਸਕਦੇ। ਸੋ ਮੇਰੀ ਹੱਥ ਜੋੜ ਕੇ ਗੁਜ਼ਾਰਿਸ਼ ਆ, ਇੱਕ ਬੇਨਤੀ ਆ ਵੀ ਅਸੀਂ ਦਾਦਾ ਦਾਦੀ, ਨਾਨਾ ਨਾਨੀ ਨੂੰ ਘੁੱਟ ਕੇ ਜੱਫੀ ਪਾ ਕੇ ਮਿਲ ਲਈਏ ਹੁਣ, ਫਿਰ ਕੁਝ ਹਫ਼ਤਿਆਂ ਵਾਸਤੇ ਅਸੀਂ ਥੋੜ੍ਹਾ ਜਿਹਾ ਉਹਨਾਂ ਦੇ ਨਾਲ ਆਈਸੋਲੇਸ਼ਨ ਰੱਖੀਏ, ਤਾਂ ਕਿ ਆਪਾਂ ਉਹਨਾਂ ਨੂੰ ਸਪਰੈਡ ਨਾ ਕਰੀਏ। ਵਨਸ ਸਕੂਲ ਸਿਸਟਮ ਬਿਲਕੁਲ ਚੱਲ ਪਿਆ ਆਟੋ ਪਾਇਲਟ 'ਤੇ, ਫਿਰ ਇਹ ਚੀਜ਼ਾਂ ਆਪਾਂ ਫਿਰ ਦੁਬਾਰਾ ਕਰ ਸਕਾਂਗੇ ਵੀ ਉਹਨਾਂ ਦੇ ਨਾਲ ਘੁਲ ਮਿਲ ਸਕੀਏ। ਹੁਣ ਸਕੂਲ ਦੇ ਵਿੱਚ ਬਹੁਤ ਵੱਡੀ ਮਾਤਰਾ 'ਚ ਪੈਰੈਂਟਸ ਇਹਦੇ ਹੱਕ 'ਚ ਹੈਗੇ ਵੀ ਬੱਚੇ ਸਕੂਲ ਜਾਣੇ ਚਾਹੀਦੇ ਆ ਜੀ ਜੀ। ਕਈ ਬੱਚੇ ਆ ਜਿਨ੍ਹਾਂ ਨੂੰ ਬੈਡ ਐਸਮਾ ਹੈਗਾ, ਉਹਨਾਂ ਨੂੰ ਲੰਗ ਪ੍ਰੋਬਲਮ ਹੈਗਾ, ਉਹਨਾਂ ਨੂੰ ਹੋਰ ਜਿਹੜੀ ਟਰਬਲਸ ਹੈਗੀ ਆ, ਮੈਂ ਨੋਟ ਲਿਖ ਕੇ ਦਿੱਤੇ ਆ ਵੀ ਉਹ ਰਿਮੋਟ ਲਰਨਿੰਗ ਜਾਂ ਡਿਸਟਰੀਬਿਊਟਿਡ ਲਰਨਿੰਗ ਉਹਦਾ ਨਾਂ ਹੋ ਗਿਆ। ਡਿਸਟਰੀਬਿਊਟਿਡ ਲਰਨਿੰਗ ਮੀਨਸ ਉਹਦੇ ਵਿੱਚ ਟੀਚਰ ਫੋਨ ਕਰੂਗਾ, ਈਮੇਲ ਭੇਜੂਗਾ, ਵਿਜ਼ੂਅਲ ਏਡਸ ਦਊਗਾ, ਹੈ ਨਾ, ਉਹ ਸਾਰੀਆਂ ਚੀਜ਼ਾਂ। ਸੋ ਉਹ ਹੈਗਾ ਕੁਛ ਬੱਚਿਆਂ ਵਾਸਤੇ, ਜਾਂ ਫਿਰ ਜਿਹੜੇ ਸਪੈਸ਼ਲ ਨੀਡਸ ਹੈਗੇ ਆ ਵੀ ਜਿਹੜੇ ਉੱਥੇ ਮਤਲਬ ਜਿਹੜੇ ਹੈਗੇ ਜਾਣਗੇ ਤੇ ਉਹਨਾਂ ਨੂੰ ਟਰਬਲ ਜ਼ਿਆਦਾ ਆ ਸਕਦੀ ਹੈ। ਲੇਕਿਨ ਮੈਂ ਸਪੋਰਟ ਕਰੂੰਗਾ ਵੀ ਬੱਚੇ ਸਕੂਲ ਜਾਣੇ ਚਾਹੀਦੇ ਆ,
ਔਰ ਇਹ ਕਿਉਂਕਿ ਆਪਾਂ ਨੂੰ 2-3 ਸਾਲ ਸ਼ਾਇਦ ਰਹਿਣਾ ਪਏ ਹੈ ਨਾ, ਇਦਾਂ ਥੋੜਾ ਵੀ ਹੁਣ 2-3 ਸਾਲ ਆਪਾਂ ਬੱਚੇ ਹੁਣ ਸਕੂਲੇ ਹੀ ਆਪਣਾ ਘਰੇ ਹੀ ਬਿਠਾ ਕੇ ਰੱਖੀਏ ਹੈ ਨਾ। ਸੋ ਉਹਨਾਂ ਨੂੰ ਬਾਹਰ ਨਿਕਲਣਾ ਚਾਹੀਦਾ, ਉਹਨਾਂ ਦੀ ਮਾਨਸਿਕਤਾ, ਉਹਨਾਂ ਦਾ ਸਰੀਰ, ਉਹਨਾਂ ਦਾ ਮਨ, ਉਹਨਾਂ ਦੀ ਐਜੂਕੇਸ਼ਨ, ਇਹ ਸਾਰਿਆਂ ਦੀ ਗਰੋਥ ਹੋਏਗੀ। ਡਾਕਟਰ ਸਾਹਿਬ ਪਿਛਲੇ ਸਮੇਂ ਦੇ ਵਿੱਚ ਜਿਹੜੇ ਫਰੰਟ ਲਾਈਨ ਵਰਕਰ ਸੀਗੇ ਉਹਨਾਂ ਦੇ ਬੱਚੇ ਜਾਂ ਜਿਹੜੇ ਮਤਲਬ ਕੰਮ ਤੇ ਉਹਨਾਂ ਦਾ ਜਾਣਾ ਹੀ ਪੈਣਾ ਸੀ ਉਹਨਾਂ ਨੂੰ, ਔਰ ਬੱਚੇ ਛੱਡਣੇ ਹੀ ਪੈਣੇ ਸੀ ਕਿਤੇ ਡੇ ਕੇਅਰ 'ਚ, ਜਾਂ ਸਕੂਲ ਵੀ ਪਿੱਛੇ ਜੇ ਓਪਨ ਹੋਏ ਸੀ ਥੋੜੇ ਸਮੇਂ ਦੇ ਲਈ, ਉਸ ਸਮੇਂ ਦੇ ਦੌਰਾਨ ਕੋਈ ਇਦਾਂ ਦਾ ਕੇਸ ਸਾਹਮਣੇ ਆਏ ਸੀ ਵੀ ਉਹ ਬੱਚਿਆਂ ਦੇ ਉੱਤੇ ਜ਼ਿਆਦਾ ਕੋਵਿਡ ਹੋਇਆ? ਕੋਈ ਨਹੀਂ ਆਇਆ ਕੇਸ, ਕਿਉਂਕਿ ਉਸ ਦੌਰਾਨ ਜਿਹੜੇ ਡਾਕਟਰ ਸਨ, ਨਰਸਿਸ ਸਨ, ਟਰੱਕਰ ਸਨ, ਜਾਂ ਐਸੈਂਸ਼ੀਅਲ ਵਰਕਰ ਲੈ ਲਓ, ਉਹਨਾਂ ਦੇ ਬੱਚੇ ਜਦੋਂ ਗਏ ਐਕਚੁਅਲੀ ਦੂਜੇ ਬੱਚੇ ਨਹੀਂ ਆ ਰਹੇ ਸੀ। ਕਲਾਸ ਸਾਈਜ਼ 20 ਤੋਂ ਘੱਟ ਕੇ 8-10 ਦਾ ਹੋ ਗਿਆ ਸੀ। ਆਲਰੇਡੀ ਟੀਚਰਸ ਨੇ ਫਿਜ਼ੀਕਲ ਡਿਸਟੈਂਸ ਤੇ ਹੈਂਡ ਸੈਨੀਟਾਈਜੇਸ਼ਨ ਰੱਖਿਆ, ਸੋ ਕੋਈ ਵੀ ਅਨਸੁਖਾਵੀ ਘਟਨਾ ਨਹੀਂ ਵਾਪਰੀ। ਔਰ ਜਦੋਂ 4 ਹਫ਼ਤੇ ਸਕੂਲ ਵਿੱਚ ਖੁੱਲਿਆ ਹੋਇਆ ਸੀ ਉਦੋਂ ਵੀ ਕੁਝ ਨਹੀਂ ਹੋਇਆ। ਹਾਂ, ਕਿਉਂਕਿ ਅਸੀਂ ਨਿਊਜ਼ ਸੁਣਦੇ ਹਾਂ ਵੀ ਬਰਲਿਨ ਦੇ ਵਿੱਚ 41 ਸਕੂਲ ਦੇ ਵਿੱਚ ਕੋਵਿਡ ਹੋ ਗਿਆ ਹੈ ਨਾ 10 ਦਿਨ ਬਾਅਦ। ਅਸੀਂ ਸੁਣਦੇ ਸਾਊਥ ਕੋਰੀਆ 'ਚ ਵੀ ਹੋਇਆ, ਆਸਟ੍ਰੇਲੀਆ 'ਚ ਵੀ ਹੋਇਆ, ਲੇਕਿਨ ਉਹ ਇਮੀਡੀਏਟਲੀ ਕੰਟਰੋਲਡ ਹੋ ਜਾਂਦਾ। ਔਰ ਬੱਚਿਆਂ 'ਚ ਅਗਰ ਹੋਵੇ ਵੀ ਤੇ ਬਹੁਤ ਮਾਈਲਡ ਹੁੰਦਾ ਔਰ ਬਹੁਤ ਛੇਤੀ ਰਿਕਵਰ ਹੋ ਜਾਂਦੇ ਆ। ਦੇਖੋ ਇਹਦਾ ਜ਼ੀਰੋ ਰਿਸਕ ਤਾਂ ਕਦੀ ਨਹੀਂ ਹੋਊਗਾ। ਜਦੋਂ ਵੀ ਆਪਾਂ ਬਾਹਰ ਜਾਣੇ ਆ, ਬਹੁਤ ਡਿਫਰੈਂਟ ਪਾਸਿਓਂ ਬੱਚਿਆਂ ਨੇ ਆਉਣਾ, ਥੋੜਾ ਬਹੁਤ ਰਿਸਕ ਤਾਂ ਰਹੂਗਾ। ਲੇਕਿਨ ਡਾਕਟਰ ਬੋਨੀ ਹੈਨਰੀ ਮਤਲਬ ਕਾਫੀ ਇਹਦੇ ਵਿੱਚ ਮਾਹਿਰ ਨੇ, ਉਹ ਕਹਿੰਦੇ ਆ ਵੀ ਬੱਚਿਆਂ ਨੂੰ ਸਕੂਲ ਜਾਣਾ ਚਾਹੀਦਾ। ਮੈਂ ਵੀ ਇਸ ਹੱਕ 'ਚ ਹੈਗਾ ਵੀ ਅਸੀਂ ਬੱਚਿਆਂ ਨੂੰ ਸਕੂਲ ਭੇਜੀਏ। ਤੇ ਡਾਕਟਰ ਸਾਹਿਬ ਸਾਰਾ ਕੁਝ ਠੀਕ ਠਾਕ ਕਦੇ ਹੋ ਜਾਊਗਾ? ਇਹ ਇੱਕ ਤਾਂ ਹੈਗਾ ਵੀ ਇਹ ਹੁਣ ਕਦੇ ਵੀ ਨਹੀਂ ਪਹਿਲਾਂ ਵਰਗਾ ਸਾਰਾ ਕੁਝ ਹੋਣਾ। ਦੂਜਾ ਹੈਗਾ ਵੀ ਲੋਕ ਉਡੀਕ ਕਰ ਰਹੇ ਵੈਕਸੀਨ ਆ ਜਾਣੀ ਹੈ, ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਵੀ ਇਸ ਸਾਲ ਦੇ ਵਿੱਚ ਆ ਜਾਊਗੀ। ਤੀਜਾ ਹੈ ਵੀ ਇਹ ਲੰਬਾ ਸਮਾਂ ਚੱਲਣਾ ਹੈ ਜੀ, ਥੋੜਾ ਲੰਬਾ ਸਮਾਂ ਚੱਲੂਗਾ। ਕੋਈ ਟਾਈਮ ਲਾਈਨ ਇਹਦੀ ਕੋਈ ਅੰਦਾਜ਼ਾ ਲਾਇਆ ਜਾ ਸਕਦਾ ਜੀ? ਦੇਖੋ ਜਿਸ ਹਿਸਾਬ ਦੇ ਨਾਲ ਸਾਇੰਸ ਇਹਦੇ ਉੱਤੇ ਗੱਲਾਂ ਬਾਤਾਂ ਕਰ ਰਹੀ ਆ, ਮੈਨੂੰ ਲੱਗਦਾ ਵੀ ਸਨ 2021 ਦੇ ਐਂਡ ਤੱਕ ਕਾਫੀ ਹੱਦ ਤੱਕ ਇਹਦੇ ਉੱਤੇ ਕੰਟਰੋਲ ਹੋ ਚੁੱਕਿਆ ਹੋਏਗਾ। ਮੇਰੀ ਮੁਰਾਦ ਹੈ ਅੱਜ ਤੋਂ ਕਰੀਬਨ 12-14 ਮਹੀਨੇ ਬਾਅਦ ਦੀ ਗੱਲ, ਔਰ ਉਦੋਂ ਤੱਕ ਵੈਕਸੀਨ ਆ ਚੁੱਕੀ ਹੋਏਗੀ। ਲੇਕਿਨ ਦੇਖੋ ਧਰਤੀ ਦੇ ਉੱਤੇ 7.8 ਬਿਲੀਅਨ ਪ੍ਰਾਣੀ ਰਹਿੰਦਾ। ਹੁਣ ਅਸੀਂ ਵਿਕਸਿਤ ਮੁਲਕ 'ਚ ਹੈਗੇ ਆ, ਸਾਡੀ ਆਲਰੇਡੀ ਬਾਏ ਕੀਤੀ ਹੋਈ ਆ ਹੈ ਨਾ, ਕਈ ਮੁਲਕ ਕੋ ਪੈਸੇ ਨਹੀਂ ਹੈਗੇ। ਸੋ ਇਹ ਰੀਡਿਸਟ੍ਰੀਬਿਊਸ਼ਨ ਵੈਕਸੀਨ ਜਿਹੜੀ ਹੈਗੀ ਉਹ ਵੀ ਇੱਕ ਚੈਲੰਜ ਹੋਊਗਾ। ਔਰ ਜਦ ਤੱਕ ਸਾਰਿਆਂ ਨੂੰ ਲੱਗ ਜਾਂਦੀ ਆ, ਹੁਣ ਵੈਕਸੀਨ ਦੇ ਵਿੱਚ ਵੀ ਕੈਨੇਡਾ ਦੇ ਵਿੱਚ 70% ਲੋਕੀ ਹੱਕ 'ਚ ਆ, 30% ਕਹਿੰਦੇ ਅਸੀਂ ਨਹੀਂ ਲਾਉਣੀ। ਉਹ ਪਹਿਲਾਂ ਵੀ ਪ੍ਰੋਟੈਸਟ ਚੱਲਦੇ ਰਹਿੰਦੇ ਆ, ਲੇਕਿਨ 70% ਵੀ ਲਾ ਲੈਣ। ਹੁਣ ਨੈਚੁਰਲ ਕੋਵਿਡ ਵੀ 10-12-15% ਨੂੰ ਹੋਇਆ, ਸੋ ਅਰਾਊਂਡ 80-85% ਅਸੀਂ ਉੱਪਰ ਚਲੇ ਜਾਂਦੇ ਆ, ਤਾਂ ਹਰਡ ਇਮਿਊਨਿਟੀ ਦੇ ਨਾਲ ਸਪਰੈਸ ਹੋਊਗਾ। ਦੇਖੋ ਜਿਹੜੀ ਚੀਜ਼ ਵੀ ਚੱਲਦੀ ਆ ਉਹਨੇ ਰੁਕਣਾ ਜ਼ਰੂਰ ਆ। ਜਿਹੜੀ ਵੀ ਪੈਂਡੇਮਿਕ ਆਈ ਆ, ਤੁਸੀਂ ਇਤਿਹਾਸ ਦੇਖ ਲਓ, ਉਹ ਖਤਮ ਤਾਂ ਹੁੰਦੀ ਆ। ਸਪੈਨਿਸ਼ ਫਲੂ ਨੂੰ 2-2.5 ਸਾਲ ਲੱਗੇ ਸੀ, ਇਹ ਬਿਲਕੁਲ ਉਹੀ ਪੈਟਰਨ ਫੋਲੋ ਕਰ ਰਿਹਾ। ਔਰ ਇਸ ਲਈ WHO ਔਰ ਡਾਕਟਰ ਐਂਥਨੀ ਫੌਸੀ ਵੀ ਲਗਾਤਾਰ ਕਹਿ ਰਿਹਾ ਵੀ ਸਾਨੂੰ ਆਸ ਹੈਗੀ ਆ ਵੀ ਇਹ ਵੀ ਸਬਕ ਸਾਲ ਹੋਪਫੁਲੀ 2021 ਦੇ ਐਂਡ ਤੱਕ ਇਹ ਆਪਾਂ ਇੱਥੇ ਕੰਟਰੋਲ ਪਾ ਲਵਾਂਗੇ। ਹਾਂ, ਉਕਤਾ ਪੁਖਤਾ ਛੋਟੇ ਕੇਸਿਸ ਰਹਿਣਗੇ, ਜਿੱਦਾਂ ਫਲੂ ਦੇ ਵੀ ਰਹਿੰਦੇ ਹੀ ਆ ਹੈ ਨਾ, ਆਪਾਂ ਡੀਲ ਕਰ ਸਕਦੇ ਉਹਨੂੰ। ਲੇਕਿਨ ਜਿਹੜਾ ਵੱਡਾ ਇਹਦਾ ਜਿਹੜਾ ਹੈਗਾ ਫੁਵਾਰ, ਉਹ ਖਤਮ ਹੋਣ ਦੀ ਸੰਭਾਵਨਾ ਹੈਗੀ ਔਰ ਅਸੀਂ ਜ਼ਰੂਰ ਜਿੱਤਾਂਗੇ। ਔਰ ਜਿਹੜਾ ਹਿਊਮਨ ਰੇਸ ਹੈ ਹਮੇਸ਼ਾ ਸਕਸੈਸਫੁਲ ਰਿਹਾ। ਡਾਕਟਰ ਸਾਹਿਬ ਜਿਹੜੀ ਗੱਲਬਾਤ ਇੱਕ ਹੋਰ ਕੀਤੀ ਜਾਂਦੀ ਹੈ ਵੀ ਇਹ ਅੱਜ ਵੀ ਲੋਕ ਇਹ ਗੱਲ ਕਰਦੇ ਆ ਵੀ ਇਸ ਚੀਜ਼ ਨੇ ਡਰਾਇਆ ਜ਼ਿਆਦਾ ਆ, ਵੀ ਮੀਡੀਆ ਨੇ ਕਹਿ ਲਓ ਜਾਂ ਵੀ ਇਹਦੇ ਪਿੱਛੇ ਵੀ ਕੋਈ ਨਾ ਕੋਈ ਜਿਹੜੀ ਸਾਜ਼ਿਸ਼ ਆਏ ਸਾਰੇ ਕੁਝ ਦੇ ਪਿੱਛੇ। ਜੇ ਅਮਰੀਕਾ ਦੇ ਵਿੱਚ ਹੀ ਦੇਖ ਲਈ, ਜਿੱਥੇ ਸਭ ਤੋਂ ਵੱਧ ਅਸਰ ਹੋਇਆ, ਉੱਥੇ ਵੀ 3-3.5% ਜਿਹੜੀ ਮੋਰਟੈਲਿਟੀ ਰੇਟ ਦੱਸ ਰਹੇ ਆ ਇਹਦਾ ਵੀ, ਜਿੰਨਿਆਂ ਨੂੰ ਇਹ ਹੁੰਦਾ ਆ। ਇਹ ਹੁਣ ਇਹ ਕੋਈ ਗੱਲ ਸਾਹਮਣੇ ਆਈ ਕਿ ਜਿਹੜੀਆਂ ਬਾਕੀ ਬਿਮਾਰੀਆਂ ਹੋਣ ਤੋਂ ਬਾਅਦ ਲੋਕਾਂ ਦੀ ਮੌਤ ਹੁੰਦੀ ਆ ਤੇ ਇਹਦੇ ਤੋਂ ਬਾਅਦ ਜਾਂ ਜਿਹੜਾ ਕਾਮਨ ਫਲੂ ਆ ਉਹਦੇ ਤੋਂ ਬਾਅਦ ਜਿੰਨੀਆਂ ਡੈਥਸ ਹੁੰਦੀਆਂ ਉਹਦੇ ਵਿੱਚ ਕੋਈ ਬਹੁਤ ਵੱਡਾ ਫਰਕ ਹੈ, ਜਾਂ ਇਹ ਸੱਚਮੁੱਚ ਹੀ ਸਿਰਫ ਇੱਕ ਡਰਾਵਾ ਹੀ ਹੈ ਜੀ? ਇਹ ਦੇਖੋ ਫਰਕ ਤਾਂ ਹੈ। ਮੈਂ ਕੈਨੇਡਾ ਦੇ ਤੁਹਾਨੂੰ ਨੰਬਰਸ ਦੱਸਦਾ। ਹਰ ਸਾਲ ਇਨਫਲੂਐਂਜ਼ਾ ਜਿਹਨੂੰ ਆਪਾਂ ਰੈਗੂਲਰ ਫਲੂ ਕਹਿੰਦੇ ਆ, ਉਹਦੇ ਨਾਲ 3500 ਮੋਸਟਲੀ ਬਜ਼ੁਰਗ ਜਿਹੜੇ ਹੈਗੇ ਨਿਮੋਨੀਆ ਕਰਕੇ ਜਾਂ ਕੰਪਲਿਕੇਸ਼ਨ ਕਰਕੇ ਉਹ ਦਮ ਤੋੜਦੇ ਆ। ਹੁਣ ਅਗਰ ਕੋਵਿਡ ਦੇਖੀਏ ਤਾਂ ਆਪਾਂ 9000 ਦੇ ਲੱਗੇ ਆਪਣੇ, ਹੋ ਸਕਦਾ 10000 ਤੱਕ ਨੰਬਰ ਚਲਾ ਵੀ ਜਾਵੇ ਹੈ ਨਾ, ਜਦ ਤੱਕ ਇਹ ਮਹਾਮਾਰੀ ਨਹੀਂ ਹਟਦੀ। ਅਗਰ ਉਹਨੂੰ ਦੇਖੀਏ ਤੇ ਉਹ ਇਨਫਲੂਐਂਜ਼ਾ 1/3 ਹੁੰਦਾ, ਇਹ 3 ਗੁਣਾ ਜ਼ਿਆਦਾ ਉਹਦੇ ਤੋਂ ਡੈਥ ਕਰ ਰਿਹਾ। ਦੂਜੇ ਪਾਸੇ ਜਿਹੜਾ ਇਨਫਲੂਐਂਜ਼ਾ ਹੈਗਾ ਉਹ ਹਾਰਟ ਨੂੰ ਇਫੈਕਟ ਨਹੀਂ ਕਰਦਾ, ਤੁਹਾਡੇ ਬਲੱਡ ਕਲੌਟਿੰਗ ਨੂੰ ਇਫੈਕਟ ਨਹੀਂ ਕਰਦਾ, ਬ੍ਰੇਨ ਨੂੰ ਇਫੈਕਟ ਨਹੀਂ ਕਰਦਾ। ਸੋ ਇਹ ਹਾਰਟ ਦੇ ਮਸਲਸ ਦੇ ਵਿੱਚ ਵੀ ਸੋਚ ਕਰ ਰਿਹਾ, ਬਲੱਡ ਦੀ ਕਲੌਟਿੰਗ ਬਲੱਡ ਵੈਸਲਸ 'ਚ ਕਰ ਰਿਹਾ, ਸਟ੍ਰੋਕ ਹੋ ਰਿਹਾ। ਬੱਚਿਆਂ 'ਚ ਜਿਹੜੇ ਮੈਂ ਡਿਸਕਲੋਜ਼ ਕੀਤਾ ਸੀ ਕੁਝ ਮਹੀਨੇ ਪਹਿਲਾਂ, ਜਿਹੜੇ ਉਹਨਾਂ ਦੀ ਅੱਖਾਂ ਲਾਲ ਹੋ ਜਾਂਦੀਆਂ, ਕੋਵਿਡੋਸ ਹੋ ਜਾਂਦੇ ਆ, ਉਹਨਾਂ ਦਾ ਇਨਫਲੇਮੇਸ਼ਨ ਜਿਹੜਾ ਹੈਗਾ ਵੱਧ ਜਾਂਦਾ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨਵੇਕਲੀਆਂ ਹੈਗੀਆਂ ਇਨਫਲੂਐਂਜ਼ਾ ਤੋਂ,
ਠੀਕ ਆ, ਸਾਡਾ ਕਦੀ ਇਹਦੇ ਨਾਲ ਵਾਹ ਨਹੀਂ ਪਿਆ, ਇਸ ਲਈ ਸਾਡੀ ਬੋਡੀ ਇਹਨੂੰ ਯੂਜ਼ਡ ਨਹੀਂ ਆ। ਲੇਕਿਨ ਅਸੀਂ ਜਿਉਂ-ਜਿਉਂ ਇਹਨੂੰ ਲਰਨ ਕਰ ਰਹੇ ਹਾਂ, ਦੇਖ ਰਹੇ ਹਾਂ ਵੀ ਇਹ ਰੈਗੂਲਰ ਇਨਫਲੂਐਂਜ਼ਾ ਵਾਇਰਸ ਨਾਲੋਂ ਜ਼ਿਆਦਾ ਘਾਤਕ ਹੈਗਾ, ਜ਼ਿਆਦਾ ਡੈਥ ਵੀ ਹੈਗੀ, ਜ਼ਿਆਦਾ ਮੋਰਬਿਡਿਟੀ। ਇੱਕ ਹੁੰਦੀ ਗੱਲ ਮੋਰਟੈਲਿਟੀ ਮੀਨਸ ਮਰ ਗਏ, ਇੱਕ ਹੁੰਦੀ ਮੋਰਬਿਡਿਟੀ ਵੀ ਤੁਸੀਂ ਫਿਰ ਇਹਦੇ ਨਾਲ ਜਿਹੜਾ ਇਹਦਾ ਅਸਰ ਹੋਇਆ ਉਹਦੇ ਨਾਲ ਕਿੱਦਾਂ ਜੀਣਾ। 25% ਲੋਕਾਂ ਨੂੰ ਪੰਪ ਦੀ ਲੋੜ ਪੈ ਗਈ ਹੈ, 10% ਲੋਕ ਆਕਸੀਜਨ ਹੋਮ ਲਾਈ ਫਿਰਦੇ ਆ। ਇਦਾਂ ਹੁੰਦਾ ਨਹੀਂ ਦੂਜੇ ਵਾਇਰਸ ਤੋਂ। ਸੋ ਇਹ ਲੌਂਗ ਟਰਮ ਵੀ ਤੁਹਾਡੇ ਲੰਗਸ ਦੇ ਵਿੱਚ ਇੰਜਰੀ ਕਰਦਾ, ਹਾਰਟ 'ਚ ਇੰਜਰੀ ਕਰਦਾ, ਹੋਰ ਆਰਗਨਸ 'ਚ ਕਰਦਾ। ਦੂਜੀ ਗੱਲ, ਹੁਣ ਜਿਹੜਾ ਹੈਗੀ ਟੈਕਨੋਲੋਜੀ ਬੜੀ ਵਿਕਸਿਤ ਹੈਗੀ ਆ, ਸੋਸ਼ਲ ਮੀਡੀਆ ਬੜਾ ਸਟਰੋਂਗ ਹੈਗਾ, ਦੂਜੇ ਟੈਲੀਵਿਜ਼ਨ ਚੈਨਲਸ ਬਹੁਤ ਸਟਰੋਂਗ ਹੈਗੇ ਆ, ਇਨਫੋਰਮੇਸ਼ਨ ਜ਼ਿਆਦਾ ਆਈ ਆ, ਉਹਦੇ ਵਿੱਚ ਕੁਛ ਨਾ ਕੁਛ ਉੱਪਰ ਥੱਲੇ ਹੁੰਦਾ ਰਿਹਾ, ਲੇਕਿਨ ਬਹੁਤਾਤਰ ਇਨਫੋਰਮੇਸ਼ਨ ਸਹੀ ਆਉਂਦੀ ਰਹੀ ਆ। ਕਦੀ ਕਦੀ ਫੇਕ ਨਿਊਜ਼ ਵੀ ਆ ਜਾਂਦੀ ਆ ਵੀ ਇਹ ਮਤਲਬ ਜਾਣਬੁੱਝ ਕੇ ਲੈਬ ਤੋਂ ਰਿਲੀਜ਼ ਕੀਤਾ ਸੀ, ਕਈ ਵਾਰ ਆ ਜਾਂਦੀ ਵੀ ਨਹੀਂ ਆਹੀ ਦਵਾਈ ਵਧੀਆ ਹੈ ਨਾ, ਉਹ ਚੱਲਦਾ ਰਹਿੰਦਾ। ਔਰ ਅਸੀਂ ਦੇਖਦੇ ਹਾਂ ਵੀ ਜਦੋਂ ਵੀ ਕੋਈ ਚੀਜ਼ ਦਾ ਨਾ ਪਰਮਨੈਂਟ ਸੋਲੂਸ਼ਨ ਨਹੀਂ ਹੁੰਦਾ, ਉਹਦੇ ਧਾਰਨਾਵਾਂ ਬਹੁਤ ਹੋ ਜਾਂਦੀਆਂ। ਲੇਕਿਨ ਮੈਂ ਫਿਰ ਵੀ ਕਹੂੰਗਾ ਜਿਹੜੇ ਇਨਸਾਨ ਹੈਗੇ ਆ ਅਸੀਂ ਇਸ ਤੋਂ ਲਰਨ ਕਰਦੇ ਹਾਂ, ਅਸੀਂ ਕਦਰਾਂ ਕੀਮਤਾਂ ਲਰਨ ਕੀਤੀਆਂ, ਅਸੀਂ ਸਾਡੀ ਜਿਹੜੀ ਆਜ਼ਾਦੀ ਵੱਲੋਂ ਅਸੀਂ ਰੱਜ ਕੇ ਮਾਣਦੇ ਸੀ, ਲੋਕਡਾਊਨ 'ਚ ਰਿਅਲਾਈਜ਼ ਕੀਤਾ ਵੀ ਜਿਹੜੀ ਧੁੱਪ ਆ, ਜਿਹੜਾ ਹਵਾ ਆ, ਜਿਹੜਾ ਪਾਣੀ ਆ। ਦੇਖੋ ਮਹਾਰਾਜ ਨੇ ਜਪਜੀ ਦੇ ਐਂਡ 'ਚ ਕੀ ਕਿਹਾ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਤ, ਇਹ ਸਾਰਿਆਂ ਦੀ ਜਿਹੜੀ ਵੈਲਿਊ ਕਦਰ ਕੀਮਤਾਂ ਅਸੀਂ ਪਾਈਆਂ। ਬਾਕੀ ਹੱਥ ਖਾਲੀ ਆਏ ਆ ਤੇ ਹੱਥ ਖਾਲੀ ਆਣਾ ਹੈ ਨਾ, ਜਿਹੜਾ ਮਟੀਰੀਅਲ ਦਾ ਜਿਹੜਾ ਸਾਡਾ ਸੀ ਉਹ ਵੀ ਸਾਡਾ ਮਤਲਬ ਰਿਅਲਾਈਜ਼ ਹੋਇਆ ਵੀ ਇਹ ਕੰਮ ਨਹੀਂ ਹੁੰਦਾ। ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਭ ਹੀ ਛਾੜ, ਹਰ ਹਰ ਨਾਮ ਕਮਾਓ ਨਾ ਕਾਰਜ ਆਵੇ ਰਾਸ। ਡਾਕਟਰ ਸਾਹਿਬ ਸ਼ੁਰੂ ਦੇ ਵਿੱਚ ਜਦੋਂ ਕਿਸੇ ਨੂੰ ਕੋਵਿਡ ਹੁੰਦਾ ਸੀ ਤਾਂ ਪੂਰੇ ਦਾ ਪੂਰਾ ਇਲਾਕਾ ਹੀ ਮਤਲਬ ਭੈਭੀਤ ਹੋ ਜਾਂਦਾ ਸੀ, ਉੱਥੇ ਕੋਵਿਡ ਹੋ ਗਿਆ। ਹੁਣ ਕਿਸੇ ਥਾਂ ਦੇ ਉੱਤੇ ਕਿਸੇ ਨੂੰ ਕੋਵਿਡ ਹੋ ਜਾਂਦਾ, ਉਹ ਕਹਿੰਦੇ ਜੀ ਇਹਨੂੰ ਆਈਸੋਲੇਟ ਕਰ ਦਿਓ ਬਸ ਠੀਕ ਠਾਕ ਆ, ਲੋਕ ਫਿਰ ਵੀ ਆਈ ਜਾਈ ਜਾਂਦੇ। ਹੁਣ ਇਹ ਡਰ ਜਾ ਕਿਉਂ ਚੱਕਿਆ ਗਿਆ ਜੇ ਬਿਮਾਰੀ ਅਜੇ ਵੀ ਉਨੀ ਖਤਰਨਾਕ ਆ? ਦੇਖੋ ਗੱਲ ਇੱਦਾਂ ਵੀ ਅਸੀਂ ਲਰਨ ਕਰ ਰਹੇ ਹਾਂ, ਪਹਿਲਾਂ ਇਹ ਹਊਆ ਸੀ, ਪਤਾ ਨਹੀਂ ਕੀ ਹੋ ਜਾਣਾ, ਇਹ ਬਹੁਤ ਵੱਡੀ ਸ਼ੈ ਹੈਗੀ ਆ। ਅਸੀਂ ਵੀ ਲੋਕਡਾਊਨ 'ਚ ਇਸ ਲਈ ਗਏ ਸੀ, ਸਾਨੂੰ ਨਹੀਂ ਪਤਾ ਸੀ ਵੀ ਜੋ ਇਟਲੀ 'ਚ ਹੋਇਆ ਵੀ ਸਾਡੇ ਹਸਪਤਾਲਾਂ ਦੇ ਵਿੱਚ ਕਿੰਨੇ ਕੇਸਿਸ ਐਡਮਿਟ ਹੋਣੇ। 6000 ਬੈੱਡ ਹੈਗਾ BC 'ਚ, ਟੋਟਲ ਸਾਡੀ ਐਡਮਿਸ਼ਨ 200 ਤੋਂ ਉੱਤੇ ਗਈ ਨਹੀਂ ਹੈ ਨਾ ਕੋਵਿਡ ਕਰਕੇ। ਸੋ ਅਸੀਂ ਡਰ ਗਏ ਸੀ ਵੀ ਪਤਾ ਨਹੀਂ। ਔਰ ਤੁਸੀਂ ਦੇਖੋ ਜਿਹੜਾ ਕੈਨੇਡਾ ਪਲੇਸ ਆ ਉਹ ਵੀ ਕਨਵਰਟ ਹੋ ਚੁੱਕਾ ਸੀ, ਜਿਹੜਾ ਨਵਾਂ ਵੀ ਮੇਕਸ਼ਿਫਟ ਹਸਪੀਟਲ ਬਣੂਗਾ। ਨਿਊਯਾਰਕ ਵਿੱਚ 2 ਸ਼ਿਪਾਂ ਖਲੋਤੀਆਂ ਹੋਈਆਂ ਸੀ ਜਿਹਦੇ 'ਚ 1000 ਪੇਸ਼ੈਂਟ ਦਾਖਲ ਕੀਤਾ ਜਾ ਸਕਦਾ। ਪਲੱਸ ਮੇਰੀ ਡਾਕਟਰ ਜਿੱਥੇ ਕੰਮ ਕਰਦੀ ਉਹਨਾਂ ਦਾ ਜਿਹੜਾ ਪਾਰਕਿੰਗ ਏਰੀਆ, ਲਾਨ ਏਰੀਆ ਸਾਰਾ ਟੈਂਟ ਲੱਗਾ ਸੀ ਵੀ ਉੱਥੇ ਵੀ ਵਾਰਡ ਬਣਨਾ, ਪਰ ਉਹਦੀ ਲੋੜ ਨਹੀਂ ਪਈ, ਉਹ ਫਿਰ ਉਹ ਟਰਾਇਜ ਵਾਸਤੇ ਯੂਜ਼ ਹੋਇਆ। ਸੋ ਆਪਾਂ ਡਰ ਜ਼ਿਆਦਾ ਗਏ ਸੀ, ਲੇਕਿਨ ਇੰਨੇ ਤੰਗ ਨਹੀਂ ਕੀਤਾ ਸਾਨੂੰ ਜਿੰਨਾ ਅਸੀਂ ਡਰ ਗਏ ਸੀ, ਜਿੰਨਾ ਇਟਲੀ ਦੇ ਵਿੱਚ ਸਾਨੂੰ ਜਿਹੜੀ ਪਿਕਚਰਾਂ ਆਈਆਂ ਉਦੋਂ। ਦੂਜੀ ਗੱਲ ਇਹ ਹੈਗੀ ਆ ਵੀ ਹੁਣ ਸੈਂਟਰ ਫॉर ਡਿਜ਼ੀਜ਼ ਕੰਟਰੋਲ ਅਮਰੀਕਾ ਨੇ ਵੀ ਕੁਛ ਦਿਨ ਪਹਿਲਾਂ ਸਾਂਝਾ ਕੀਤਾ, ਅਗਰ ਸਮਝੋ ਤੁਸੀਂ ਕੰਟੈਕਟ 'ਚ ਆ ਵੀ ਗਏ ਕੋਵਿਡ ਦੇ, ਅਗਰ ਤੁਹਾਨੂੰ ਲੱਛਣ ਨਹੀਂ ਆ, ਤੁਹਾਡੀ ਮਰਜ਼ੀ ਆ ਤੁਸੀਂ ਟੈਸਟਿੰਗ ਕਰਾਉਣੀ ਜਾਂ ਨਾ ਕਰਾਓ। ਈਵਨ ਸਕੂਲ ਦੇ ਵਿੱਚ ਵੀ ਜਦੋਂ ਕੋਵਿਡ ਪੋਜ਼ਿਟਿਵ ਆਊਗਾ, ਅਗਰ ਬੱਚੇ ਠੀਕ ਹੈ, ਉਹਨਾਂ ਨੂੰ ਸਿੰਪਟਮਸ ਨਹੀਂ ਆ, ਤੇ ਆਪਸ਼ਨਲ ਹੈਗਾ ਵੀ ਟੈਸਟਿੰਗ ਕਰਾਉਣੀ ਹੈ ਕਿ ਨਹੀਂ। ਇਹ ਮੈਂਡੇਟਡ ਨਹੀਂ ਹੈਗਾ ਵੀ ਤੁਹਾਨੂੰ ਕਰਾਉਣੀ ਹੀ ਪੈਣੀ ਆ, ਕਿਉਂਕਿ ਕਰਕੇ ਕੀ ਲੈਣਾ ਪੋਜ਼ਿਟਿਵ ਜਾਂ ਨੈਗੇਟਿਵ। ਅਗਰ ਲੱਛਣ ਨਹੀਂ ਹੈ ਉਹਦਾ ਮੋਸਟ ਲਾਈਕਲੀ ਇਹ ਹੈਗਾ ਵੀ ਨਹੀਂ ਹੈਗਾ। ਸੋ ਇਸ ਲਈ ਹਾਂ ਟੈਸਟਿੰਗ ਦੀ ਗੱਲ ਜਿਸ ਕਾਰਨ ਆਈ ਹੈ, ਤੇ ਅਮਰੀਕਾ ਨੇ ਨਾ ਥੁੱਕ ਦਾ ਜਿਹੜਾ ਟੈਸਟ ਆ ਉਹਨੂੰ ਮਾਨਤਾ ਦੇ ਦਿੱਤੀ ਆ, ਕਿਉਂਕਿ ਹੁਣ ਬਹੁਤ ਲੰਬਾ ਤੁੰਬਾ ਪਾ ਕੇ ਨੱਕ ਦੇ ਪਿੱਛੋਂ ਦੀ ਲੈਣਾ ਪੈਂਦਾ ਸੈਂਪਲ। ਐਡਲਟ ਵੀ ਦੁਖੀ ਹੁੰਦੇ ਤੇ ਬੱਚੇ ਕਰਾ ਕੇ ਰਾਜੀ ਨਹੀਂ ਹਨ। ਸੋ ਇਹਦੇ ਵਿੱਚ ਇੱਕ ਪੀਣ ਵਾਸਤੇ ਤੁਹਾਨੂੰ ਥੋੜਾ ਬਹੁਤ ਪਾਣੀ ਦਿੱਤਾ ਜਾਊਗਾ, ਥੋੜਾ ਗਰਾਰਾ ਕਰੋਗੇ ਤੇ ਕੰਟੇਨਰ 'ਚ ਤੁਸੀਂ ਆਪਣਾ ਥੁੱਕ ਦਾ ਸੈਂਪਲ ਦਿਓਗੇ, ਉਹਦੇ ਨਾਲ ਵਿਦਿਨ ਅਬਾਊਟ 1.5 ਘੰਟੇ ਦੇ ਵਿੱਚ 90 ਮਿੰਟ 'ਚ ਟੈਸਟ ਜਿਹੜਾ ਹੈਗਾ ਆਊਗਾ। ਔਰ ਬਿਲਕੁਲ ਜਿਹੜਾ ਨੱਕ ਦਾ ਸਵਾਬ ਹੈ ਉਹਦੇ ਨਾਲ ਉਹ ਰਲਦਾ ਮਿਲਦਾ ਹੈਗਾ, ਉਹਦੀ ਜਿਹੜੀ ਸੈਂਸਿਟੀਵਿਟੀ ਹੈਗੀ 90% ਤੋਂ ਉੱਤੇ ਆ। ਇਹ ਜਿਹੜਾ ਤੁੰਬੇ ਵਾਲਾ ਵੀ ਸਵਾਬ ਹੈ ਉਹ 100% ਰਿਲਾਇਬਲ ਨਹੀਂ ਆ। ਤੁਸੀਂ ਦੇਖੋਗੇ ਪਹਿਲੇ ਇੱਕ ਵਾਰੀ ਕੀਤਾ ਨੈਗੇਟਿਵ, 2 ਵਾਰੀ ਕੀਤਾ ਨੈਗੇਟਿਵ, ਫਿਰ ਪੋਜ਼ਿਟਿਵ ਆਇਆ ਹੈ ਨਾ। ਸੋ ਇਹ 90% ਹੈਗੇ ਆ। ਇਜ਼ਰਾਈਲ 'ਚ ਉਹ ਡਿਵੈਲਪ ਕਰ ਰਹੇ, ਜਿੱਦਾਂ ਨਹੀਂ ਆਪਾਂ ਬ੍ਰੈਥ ਐਨਾਲਾਈਜ਼ਰ ਹੁੰਦਾ ਫੂਕ ਮਾਰਨ ਵਾਲਾ, ਉਹ 95% ਆ। ਉਹ ਜਦੋਂ 에ਅਰ ਟਰੈਵਲਿੰਗ ਵਧੂਗੀ ਔਨ ਦਾ ਸਪੌਟ ਕੀਤਾ ਜਾਊਗਾ, ਕੰਪਿਊਟਰ ਹੀ ਤੁਹਾਨੂੰ ਰੀਡਿੰਗ ਦੱਸ ਦੂਗਾ ਹੈ ਨਾ। ਸੋ ਇਹ ਸਾਰੀ ਇਨੋਵੇਸ਼ਨ ਕਿਉਂ ਹੋਈ? ਕਿਉਂਕਿ ਸਾਨੂੰ ਇਹ ਮਹਾਮਾਰੀ ਦੇ ਨਾਲ ਡੀਲ ਕਰਨਾ ਪਿਆ। ਔਰ ਜਿਹੜਾ ਸਲਾਈਵਾ ਟੈਸਟ ਆ ਉਹ ਸਕੂਲਾਂ ਦੇ ਵਿੱਚ ਵੀ ਸ਼ਾਇਦ ਫਿਊਚਰ 'ਚ ਆਊਗਾ, ਜਦੋਂ ਹੈਲਥ ਕੈਨੇਡਾ ਇਹਨੂੰ ਮਾਨਤਾ ਦੇਊਗੀ, ਫਿਰ ਈਜ਼ੀ ਹੋ ਜਾਊਗਾ ਬੱਚਿਆਂ ਨੂੰ ਵੀ ਸਕਰੀਨ ਕਰਨਾ, ਟੀਚਰਸ ਨੂੰ ਵੀ ਸਕਰੀਨ ਕਰਨਾ। ਡਾਕਟਰ ਸਾਹਿਬ ਜਿਹਨਾਂ ਨੂੰ ਹੋ ਗਿਆ ਕੋਵਿਡ-19, ਇਹ ਵੀ ਬਹੁਤ ਵਾਰੀ ਗੱਲਾਂ ਆਈਆਂ ਸੀ ਵੀ ਉਹਨਾਂ ਨੂੰ ਕੁਝ ਪਰਮਾਨੈਂਟ ਲੰਗਸ ਦੀ ਪ੍ਰੋਬਲਮ ਰਹਿ ਰਹੀ ਹੈ। ਅੱਜ ਜਿਹੜੇ ਉੱਥੇ ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਆ ਉਹਨਾਂ ਦਾ ਵੀ ਆਇਆ ਸੀ ਵੀ ਮੈਂ ਥੋੜਾ ਮੋਟਾ ਹੋ ਗਿਆ ਜਦੋਂ ਦਾ ਕੋਵਿਡ ਹੋਇਆ ਸੀ, ਕਹਿੰਦੇ ਉਹਨਾਂ ਨੇ ਪਰਸਨਲ ਟ੍ਰੇਨਰ ਹਾਇਰ ਕੀਤਾ। ਸਾਡੇ ਜਿਹੜੇ ਫਸਟ ਲੇਡੀ ਉਹਨਾਂ ਨੂੰ ਹੋ ਗਿਆ ਸੀ। ਕੀ ਇਹਨਾਂ ਦਾ ਕੁਝ ਬਾਅਦ ਦੇ ਵਿੱਚ ਪਤਾ ਲੱਗ ਰਿਹਾ ਵੀ ਇਹ ਕੋਵਿਡ ਤੋਂ ਰਿਕਵਰ ਹੋਣ ਤੋਂ ਬਾਅਦ ਲੋਕ ਠੀਕ ਠਾਕ ਰਹਿੰਦੇ ਕਿ ਉਹਨਾਂ ਨੂੰ ਕੁਝ ਪਰਮਾਨੈਂਟ ਡੈਮੇਜ ਕਰ ਜਾਂਦਾ? 20% ਲੋਕਾਂ ਨੂੰ ਲੰਗਸ ਦੇ ਸਕਾਰਿੰਗ ਹੁੰਦੇ ਆ,
ਜਦੋਂ ਸੋਜ ਹੋਈ ਲੰਗਸ ਦੇ ਵਿੱਚ, ਜਦੋਂ ਹੀਲ ਹੈ, ਸਕਾਰਿੰਗ ਦਾ ਮਤਲਬ ਇਹ ਸਮਝੋ ਮੇਰੇ ਇੱਥੇ ਸਰਜਨ ਨੇ ਕੱਟ ਲਾਇਆ ਨਾ, ਜੀ ਜਦੋਂ ਉਹਨੇ ਤੋਪੇ ਲਾ ਕੇ ਸੀਤਾ ਤੇ ਉਹ ਨਿਸ਼ਾਨ ਜਿਹੜਾ ਰਹਿਣਾ ਉਹਨੂੰ ਆਪਾਂ ਫਾਈਬਰੋਸਿਸ ਕਹਿੰਦੇ ਆ ਜਾਂ ਸਕਾਰ ਕਹਿੰਦੇ ਆ। ਸੋ ਲੰਗਸ ਦੇ ਵਿੱਚ 20% 'ਚ ਸਕਾਰਿੰਗ ਹੈਗੀ ਆ। ਉਹਦਾ ਮਤਲਬ ਇਹ ਹੈਗਾ ਵੀ ਜਿੱਥੇ ਸਾਹ ਲੈਣ ਵਾਲੇ ਜਿਹੜੇ ਐਲਵੀਓਲਾ ਆ ਉੱਥੋਂ ਆਕਸੀਜਨੇਸ਼ਨ ਥੋੜਾ ਬਹੁਤ ਡਾਵਾਂਡੋਲ ਹੋ ਗਿਆ, ਇਸ ਲਈ ਉਹਨਾਂ ਨੂੰ ਪੰਪ ਲੈਣਾ ਪੈਂਦਾ, ਸਟੀਰੋਇਡ ਪਫਰ ਲੈਣਾ ਪੈਂਦਾ, ਬ੍ਰੋਂਕੋ ਡਾਇਲੇਟਰ ਲੈਣਾ ਪੈਂਦਾ, ਕਈਆਂ ਨੂੰ ਆਕਸੀਜਨ ਲੈਣਾ। ਇੱਥੇ ਜ਼ਿੰਦਗੀ ਟੈਲੀਵਿਜ਼ਨ ਦੇ ਜਿਹੜੇ ਹੋਸਟ ਹੈਗੇ ਆ ਆਤਿਸ਼ ਰਾਮ ਜੀ, ਕਾਫੀ ਮੀਡੀਆ 'ਚ ਕੰਮ ਕਰਦੇ ਆ, ਤੁਸੀਂ ਦੇਖੋ ਕਾਫੀ ਲੰਬੇ ਟਰਮ ਵੈਂਟੀਲੇਟਰ 'ਚ ਸੀ, ਹੁਣ ਹੋਮ ਆਕਸੀਜਨ ਲੱਗਾ ਹੋਇਆ। ਸੋ ਇਹ 20% ਜਿਹੜੇ ਹੈਗੇ ਲੋਕੀ ਉਹਨਾਂ ਨੂੰ ਕ੍ਰੋਨਿਕ ਲੰਗ ਪ੍ਰੋਬਲਮ ਦਊਗਾ ਔਰ ਇਨਫਲੂਐਂਜ਼ਾ ਵੀ ਕਰਦਾ। ਅੱਛਾ ਜੀ। ਹੁਣ ਮੈਂ ਤੁਹਾਡੇ ਨਾਲ ਰਿਪੋਰਟ ਸਾਂਝੀ ਕਰਦਾ ਵੀ ਮੈਨੂੰ ਹੁਣ 6 ਮਹੀਨੇ ਹੋ ਗਏ ਕੋਈ ਬੱਚੇ ਨੂੰ ਮੈਂ ਪਫਰ ਨਹੀਂ ਲਿਆ। ਅੱਛਾ ਜੀ। ਨਹੀਂ ਤਾਂ ਰੋਜ਼ ਮੈਂ 3-3 4-4 ਵਾਰੀ ਬੱਚਿਆਂ ਨੂੰ ਲਿਖਦਾ ਸੀ ਪਫਰ, 3 ਤੋਂ 4 ਜਿਹੜੇ ਉਹ ਮਾਰਦੇ ਪੰਪ ਜਾਂ ਮੂੰਹ ਦੇ ਵਿੱਚ ਐਸਮਾ ਕਰਕੇ ਉਹ ਵਾਇਰਸ ਕਰਕੇ ਹੁੰਦਾ ਸੀ ਇਨਫਲੂਐਂਜ਼ਾ। ਬੱਚੇ ਮਿਲੇ ਨਹੀਂ, ਇੱਕ ਦੂਜੇ ਨੂੰ ਇਨਫਲੂਐਂਜ਼ਾ ਨਹੀਂ ਹੋਇਆ, ਉਹ ਪੰਪ ਦੀ ਲੋੜ ਨਹੀਂ ਪਈ। ਉਦਾਂ ਹੀ ਇਹ ਕੋਵਿਡ ਜਿਹੜਾ ਹੈਗਾ ਤੁਹਾਡਾ ਐਸਮਾ ਟ੍ਰਿਗਰ ਕਰ ਸਕਦਾ, ਬ੍ਰੋਂਕਾਈਟਿਸ ਕਰ ਸਕਦਾ, ਕ੍ਰੋਨਿਕ ਲੰਗ ਜਿਹੜੀ ਹੈਗੀ ਹੈ ਇੰਜਰੀ ਕਰ ਸਕਦਾ। ਜਿਹੜੀ ਉਹ ਤੇ ਚਲੋ ਠੀਕ ਹੈ, ਜਿਹੜੀ ਮੈਂ ਹਾਰਟ ਦੀ ਖਬਰ ਸਾਂਝੀ ਕੀਤੀ ਸੀ ਪਿਛਲੇ ਮਹੀਨੇ, ਉਹ ਇਹ ਸੀ ਵੀ ਜਦੋਂ ਹਾਰਟ ਦਾ MRI ਕੀਤਾ ਉਹਦੀ ਜਿਹੜੀ ਮਸਲਸ ਦੀ ਮਿਡਲ ਵਿੱਚ ਆ ਸੋਜ ਆ ਈਵਨ 2 ਮਹੀਨੇ ਬਾਅਦ। ਉਹਦਾ ਪ੍ਰੋਬਲਮ ਇਹ ਆ ਵੀ ਹਾਰਟ ਦੀ ਜਿਹੜੀ ਮਜ਼ਬੂਤੀ ਸੀ ਉਹ ਥੋੜੀ ਬਹੁਤ ਕਮਜ਼ੋਰ ਹੋਈ, ਹਾਰਟ ਫੇਲੀਅਰ ਦੇ ਚਾਂਸਸ ਵੱਧ ਸਕਦੇ, ਉਹਨਾਂ ਨੂੰ ਮੋਨੀਟਰਿੰਗ ਕਰਨਾ ਪੈਣਾ। ਸੋ ਇਹ ਵੀ ਇੱਕ ਵੱਡਾ ਇੱਕ ਦੁਖਾਂਤ ਹੈਗਾ। ਤੀਜਾ ਵੀ ਇਹ ਵਾਇਰਸ ਕਲੌਟਿੰਗ ਕਰਨਾ ਸ਼ੁਰੂ ਕਰ ਦਿੰਦਾ, ਛੋਟੇ ਛੋਟੇ ਸੂਖਸ਼ਮ ਬਲੱਡ ਵੈਸਲ, ਔਰ ਇੱਥੇ ਕਲੌਟਿੰਗ ਕੀਤਾ ਤਾਂ ਸਟ੍ਰੋਕ, ਬਲੱਡ ਵੈਸਲ ਜਿਹੜੀ ਹਾਰਟ ਦੇ ਲਾਗੇ ਜਾ ਕੇ ਕੀਤਾ ਹਾਰਟ ਅਟੈਕ। ਸੋ ਇਹ ਕਲੌਟਿੰਗ ਵੀ ਕਰਦਾ ਵਾਇਰਸ, ਜਿਹੜਾ ਤੁਹਾਡਾ ਕਲੌਟਿੰਗ ਦਾ ਪਾਥਵੇਸ ਹੈ ਉਹਦੇ ਨਾਲ ਵੀ ਖਿਲਵਾੜ ਕਰਦਾ। ਸੋ ਇਹ 3 ਮੇਨ ਹੈਗੀਆਂ, ਬਟ ਡੈਮੇਜ ਕਿਹੜੇ ਵੀ ਪਾਸੇ ਕਰ ਸਕਦਾ ਹੈਡ ਟੂ ਟੋ। ਸੋ ਇਸ ਲਈ ਸਾਨੂੰ ਜਦੋਂ ਵੈਕਸੀਨ ਆਉਂਦੀ ਆ, ਮੇਰਾ ਹੱਥ ਜੋੜ ਕੇ ਬੇਨਤੀ ਸਾਨੂੰ ਲਾਉਣੀ ਚਾਹੀਦੀ ਹੈ। ਹੈਲਥ ਕੈਨੇਡਾ ਨੇ ਤਾਂ ਹੀ ਉਹਨੂੰ ਮਨਜ਼ੂਰੀ ਦੇਣੀ ਆ ਜਦ ਸੇਫਟੀ ਪੂਰੀ ਉਹ ਚੈੱਕ ਕਰ ਲੈਣ। ਦੇਖੋ ਮੋਡਰਨਾ ਨੇ ਜਦੋਂ ਟ੍ਰਾਇਲ ਕੀਤੀ, ਉਹਨਾਂ ਨੇ ਆਪਣੀ ਕੀਤੀ, ਫਿਰ ਉਹ ਪੀਅਰ ਰਿਵਿਊ ਹੋਊਗਾ, ਸਾਰੇ ਵਾਇਰੋਲੋਜਿਸਟ ਬੈਠ ਕੇ ਉਹਦੇ ਉੱਤੇ ਦੇਖਣਗੇ ਵੀ ਕਿੱਦਾਂ, ਉਹਦੇ ਬਾਅਦ ਹੈਲਥ ਕੈਨੇਡਾ ਕੋ ਆਊਗਾ, ਹੈਲਥ ਕੈਨੇਡਾ ਫਿਰ ਰਿਵਿਊ ਕਰੂਗਾ, ਫਿਰ ਮਨਜ਼ੂਰੀ ਦੇਊਗਾ। ਸੋ ਅਸੀਂ ਜ਼ਰੂਰ ਵੈਕਸੀਨ ਲਾਈਏ ਜਦੋਂ ਆਉਂਦੀ ਆ, ਉਹ ਸਭ ਤੋਂ ਵਧੀਆ ਤਰੀਕਾ ਰਹੂਗਾ ਇਹਨੂੰ ਕੰਟਰੋਲ ਕਰਨ ਦਾ। ਪਰ ਬਹੁਤ ਸਾਰੇ ਲੋਕ ਡਾਕਟਰ ਸਾਹਿਬ ਇਦਾਂ ਦੇ ਵੀ ਆ ਜਿਹੜੇ ਕਹਿੰਦੇ ਵੈਕਸੀਨ ਲਵਾਉਣੀ ਨਹੀਂ ਚਾਹੀਦੀ, ਇਹ ਤਾਂ ਆਪਣੇ ਆਪ ਹੀ ਤੁਸੀਂ ਠੀਕ ਹੋਣਾ, ਵੀ ਇਹ ਤਾਂ ਵੀ ਵਰਲਡ ਲੈਵਲ ਦੇ ਉੱਤੇ ਕੋਈ ਬਹੁਤ ਵੱਡੀ ਸਾਜ਼ਿਸ਼ ਚੱਲ ਰਹੀ ਹੈ ਵੈਕਸੀਨ ਦੇ ਪਿੱਛੇ ਵੀ, ਜਾਂ ਸਾਰੀਆਂ ਵੈਕਸੀਨ ਦੇ ਜੋ ਉਲਟ ਆ। ਦੇਖੋ 70% ਲੋਕ ਵੈਕਸੀਨ ਦੇ ਹੱਕ 'ਚ ਆ, 30% ਅਜੇ ਕਹਿੰਦੇ ਨਹੀਂ ਲਾਉਣਾ, ਵੇਟ ਕਰਦੇ ਆ। ਹੁਣ ਮੈਂ ਤੁਹਾਨੂੰ ਦੱਸਦਾ ਵੀ ਜਿਹੜੇ ਓਵਰਆਲ ਬੱਚਿਆਂ ਨੂੰ ਜਿਹੜੇ ਮੁੱਢਲੇ ਟੀਕੇ ਲਾਏ ਦੇ ਆ, ਪੋਲੀਓ ਦੇ, ਟੈਟਨਸ ਦੇ, ਉਹਦੇ ਵਿੱਚ ਵੀ BC ਦੇ ਵਿੱਚ 95% ਪੈਰੈਂਟਸ ਲਾ ਰਹੇ, 5% ਨਹੀਂ ਲਾ ਰਹੇ। ਉਹਦੇ 3 ਪ੍ਰਮੁੱਖ ਰੀਜ਼ਨ, ਪਹਿਲਾ ਹੈਗਾ ਉਹਨਾਂ ਦਾ ਰਿਲੀਜੀਅਸ ਬਿਲੀਫ, ਵੀ ਸਾਡਾ ਧਰਮ ਕਹਿੰਦਾ ਵੀ ਅਸੀਂ ਨਹੀਂ ਲਾਉਣਾ, ਜੋ ਵੀ ਉਹਨਾਂ ਦਾ ਬਿਲੀਫ ਹੈ। ਦੂਜਾ ਉਹਨਾਂ ਦਾ ਵਿਸ਼ਵਾਸ ਨਹੀਂ ਹੈ ਵੀ ਨਹੀਂ। ਤੀਜਾ ਸਾਈਡ ਇਫੈਕਟ, ਉਹ ਕਹਿੰਦੇ ਵੀ ਕੋਈ ਮੈਡੀਕਲ ਪ੍ਰੋਬਲਮ ਕ੍ਰੀਏਟ ਕਰ ਸਕਦਾ, ਆਟਿਜ਼ਮ ਹੋ ਸਕਦਾ। ਹਾਲਾਂਕਿ ਬਹੁਤ ਰਿਸਰਚ ਹੋਈ ਵੀ ਆਟਿਜ਼ਮ ਨਹੀਂ ਕਰਦਾ, ਕੋਈ ਮੈਡੀਕਲ ਪ੍ਰੋਬਲਮ ਨਹੀਂ ਹੈ। ਠੀਕ ਹੈ, ਤੁਹਾਨੂੰ ਬੁਖਾਰ ਤੇ ਚੜੂਗਾ ਅੱਧਾ ਦਿਨ, ਹੈ ਨਾ, ਬਟ ਇਹ ਜਿਹੜੀ ਧਾਰਨਾਵਾਂ ਇਹ ਚੱਲਦੀਆਂ ਰਹਿੰਦੀ ਕਮਿਊਨਿਟੀ 'ਚ, ਔਰ ਜਿੰਨਾ ਮੁਲਕ ਵਿਕਸਿਤ ਹੋਊਗਾ ਹੋਰ ਜ਼ਿਆਦਾ ਧਾਰਨਾਵਾਂ ਹੋਣਗੀਆਂ। ਅੱਜ ਇੱਕ ਗੁੱਡ ਨਿਊਜ਼ ਮੈਂ ਦੱਸਦਾ, ਅਫਰੀਕਾ 'ਚ ਵੀ ਪੋਲੀਓ ਫ੍ਰੀ ਹੋ ਗਿਆ, ਅੱਜ BBC ਨੇ ਡਿਕਲੇਅਰ ਕਰਤਾ। ਸੋ ਪੂਰੇ ਵਰਲਡ 'ਚ ਪੋਲੀਓ ਫ੍ਰੀ ਹੈ, ਖਾਲੀ ਇੱਕ ਸਵਾਟ ਵੈਲੀ ਪਾਕਿਸਤਾਨ ਦੇ ਲਾਗੇ ਰਹਿ ਗਈ ਆ, ਉਹ ਤਾਲਿਬਾਨ ਕੰਟਰੋਲਡ ਹੈ, ਉੱਥੇ ਜਾਣ ਨਹੀਂ ਦਿੰਦੇ ਪੋਲੀਓ ਦੇ ਡ੍ਰੌਪਸ ਦੇਣ ਵਾਸਤੇ, ਬਟ ਉਹ ਇੱਕ ਛੋਟਾ ਪਾਕਟ ਰਹਿ ਗਿਆ। ਦੇਖੋ ਕਿਉਂ ਹੋਇਆ ਪੋਲੀਓ ਫ੍ਰੀ, ਕਿਉਂਕਿ ਉਹਦੀ ਵੈਕਸੀਨ ਬਣੀ। ਡਾਕਟਰ ਜੋਨਸ ਸਾਲਕ, ਉਹਨੂੰ 50 ਸਾਲ ਲੱਗੇ ਵੈਕਸੀਨ ਬਣਾਉਣ 'ਚ, ਪੂਰਾ ਜ਼ਿੰਦਗੀ ਉਹਦੀ ਗੱਲ ਗਈ। ਬਹੁਤ ਬਜ਼ੁਰਗ ਹੋ ਗਏ ਸੀ। ਸਨ 2000 ਦੇ ਵਿੱਚ ਮੇਰੀ ਮੁਲਾਕਾਤ ਹੋਈ ਉਹਨਾਂ ਦੇ ਨਾਲ, 20 ਸਾਲ ਪਹਿਲਾਂ ਚਿਲਡਰਨਸ ਹਸਪੀਟਲ ਆਏ ਸੀ, ਉਹਨਾਂ ਦਾ ਸਨਮਾਨ ਕੀਤਾ ਸੀ। ਸੋ ਦੇਖੋ ਇਹ ਸਾਰੀਆਂ ਚੀਜ਼ਾਂ ਤਾਂ ਹੀ ਹੁੰਦੀਆਂ ਜਦ ਕੋਈ ਬੰਦਾ ਪਹਿਰਾ ਦੇਵੇ ਵੀ ਮੈਂ ਬਿਮਾਰੀ ਨੂੰ ਖਤਮ ਕਰਨਾ। ਮੈਨੂੰ ਆਸ ਹੈਗੀ ਹੈ ਵੀ ਆਉਣ ਵਾਲੇ ਟਾਈਮ 'ਚ ਇਨਫਲੂਐਂਜ਼ਾ ਦਾ ਵੀ ਟੀਕਾ ਬਣੂਗਾ, ਜਿਹੜਾ ਇੱਕੋ ਵਾਰੀ ਲਾਉਣਾ ਪਊਗਾ, ਹਰ ਸਾਲ ਨਹੀਂ ਲਾਉਣਾ ਪਊਗਾ। ਆਉਣ ਵਾਲੇ ਟਾਈਮ 'ਚ ਕੋਵਿਡ ਦਾ ਵੀ ਵੈਕਸੀਨ ਇੰਨੀ ਵਿਕਸਿਤ ਹੋ ਜਾਵੇ, ਇੱਕ ਵਾਰੀ ਲਾ ਲਓ ਤੁਹਾਨੂੰ ਇਮਿਊਨਿਟੀ ਬਹੁਤ ਲੰਬੇ ਅਰਸੇ ਤੱਕ ਮਿਲੂਗੀ। ਹਾਂਗਕਾਂਗ ਨੇ ਪਹਿਲਾ ਕੇਸ ਰਿਪੋਰਟ ਕੀਤਾ ਵੀ ਇੱਕ ਵਾਰੀ ਕਿਸੇ ਨੂੰ ਕੋਵਿਡ ਹੋਇਆ, ਦੁਬਾਰਾ ਵੀ ਉਹਨੂੰ ਹੋਇਆ, ਇੱਕੋ ਕੇਸ ਰਿਪੋਰਟ ਹੋਇਆ। ਲੇਕਿਨ ਤੁਸੀਂ ਦੇਖੋ ਅਗਰ ਆਪਾਂ 24 ਮਿਲੀਅਨ ਤੋਂ ਇੱਕ ਹੋਇਆ ਤਾਂ ਉਹਨੂੰ ਆਪਾਂ ਇੰਨਾ ਸੀਰੀਅਸਲੀ ਨਹੀਂ ਲੈਂਦੇ, ਬਾਕੀਆਂ ਨੂੰ ਨਹੀਂ ਹੋਇਆ। ਸੋ ਤੁਹਾਡੀ ਬਾਡੀ ਦੀ ਇਮਿਊਨਿਟੀ ਡਿਵੈਲਪ ਹੁੰਦੀ ਆ। ਇਮਿਊਨਿਟੀ 2 ਹੁੰਦੀ ਹੈ, ਇੱਕ ਹੁੰਦੀ ਇਮੀਡੀਏਟ ਹੁੰਦੀ B ਸੈੱਲ ਜਿਹਨੂੰ ਕਹਿੰਦੇ ਐਂਟੀਬਾਡੀਜ਼, ਇੱਕ ਹੁੰਦੀ ਲੌਂਗ ਟਰਮ ਜਿਹਨੂੰ ਕਹਿੰਦੇ T ਸੈੱਲ। ਸੋ B ਸੈੱਲ ਦੇ ਲੈਵਲ ਘਟਨੇ ਸ਼ੁਰੂ ਹੋ ਜਾਂਦੇ ਆ ਇਹਦੇ ਵਿੱਚ 2-3 ਮਹੀਨੇ ਬਾਅਦ, ਔਰ ਅਕਸਰ ਬਿਮਾਰੀਆਂ ਤੋਂ ਬਾਅਦ ਘਟਣਗੇ। ਲੇਕਿਨ ਅਸੀਂ ਦੇਖਿਆ ਕਿ T ਸੈੱਲ ਬਹੁਤ ਲੰਬੇ ਅਰਸੇ ਤੱਕ ਰਹਿ ਰਹੇ, 6-6 ਮਹੀਨੇ ਤੱਕ ਵੀ ਰਹਿ ਰਹੇ, ਕਿਉਂਕਿ 6 ਮਹੀਨੇ ਤੋਂ ਤਾਂ ਸਾਡਾ ਵਿਆਹ ਪੈਣਾ ਇਹਦੇ ਨਾਲ ਸ਼ੁਰੂ ਹੋਇਆ। ਸੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਾਡੀ ਬਾਡੀ ਜਿਹੜੀ ਹੈਗੀ ਆ ਉਹ ਬੜੀ ਪ੍ਰਿਮਿਟਿਵ ਆ, ਬੜੀ ਸ਼ਾਨਦਾਰ ਆ, ਉਹਦੀ ਮੈਮਰੀ ਵਧੀਆ, ਔਰ ਉਹ ਸਾਡੇ ਲਈ ਅੱਛੀ ਲੜਾਈ ਕਰਦੀ ਆ ਹਰ ਜਰਾਸੀਮ ਦੇ ਨਾਲ। ਡਾਕਟਰ ਸਾਹਿਬ ਵੈਕਸੀਨ ਤੇ ਤਾਂ ਸਾਰੀ ਖੋਜ ਚੱਲ ਰਹੀ ਹੈ ਵੀ ਇਹ ਕਦੋਂ ਹੋਣੀ ਹੈ, ਜਿਹੜੀ
ਟੈਸਟਿੰਗ ਆ ਉਹ ਕਿੱਥੇ ਕੁ ਤੱਕ, ਉਹ ਜਿਹੜਾ ਟੈਸਟ ਆ ਉਹਦੀ ਰਿਲਾਇਬਿਲਿਟੀ ਕਿੱਥੇ ਕੁ ਤੱਕ ਪਹੁੰਚੀ ਆ ਕਿ ਬਹੁਤ ਸਾਰੀ ਲੈਬਸ ਦੇ ਵਿੱਚ, ਖਾਸ ਕਰ ਇੰਡੀਆ ਦੇ ਵਿੱਚ ਕਈ ਵਾਰੀ ਆਉਂਦਾ, ਦੇਖੋ ਜੀ ਇੱਕ ਲੈਬ ਤੋਂ ਕਰਾਇਆ ਸੀ ਉਹ ਕਹਿੰਦੇ ਇਹ ਤੁਹਾਨੂੰ ਹੈ ਨਹੀਂਗਾ, ਫਿਰ ਦੂਜੀ ਜਗ੍ਹਾ ਜਾਂ ਦੂਜੀ ਵਾਰੀ ਕਰਾਇਆ ਉਹ ਕਹਿੰਦੇ ਹੈਗਾ ਆ, ਫਿਰ ਕਹਿੰਦੇ ਹੈ ਨਹੀਂ। ਇਹ ਟੈਸਟਿੰਗ ਕਿੱਥੇ ਕੁ ਤੱਕ ਠੀਕ ਹੁੰਦੀ ਹੈ ਪ੍ਰੈਕਟੀਕਲੀ? ਓਕੇ, ਦੇਖੋ ਇੱਕ ਤਾਂ ਹੈਗਾ ਜਿਹੜਾ ਨੇਜ਼ੋਫੈਰਿੰਜੀਅਲ ਟੈਸਟ ਹੈਗਾ ਉਹ 90% ਸੈਂਸਿਟਿਵ ਹੈਗਾ। ਅੱਛਾ ਉਹ ਜੀ। ਵਾਇਰਸ ਦਾ ਜਿਹੜਾ ਜੈਨੇਟਿਕ ਮਟੀਰੀਅਲ ਆ RNA ਉਹਨੂੰ ਐਂਪਲੀਫਾਈ ਕਰਦਾ PCR ਕਰਕੇ, ਹੈ ਨਾ ਜੀ। ਉਹ ਤੇ ਹੈਗਾ ਜੋ ਠੀਕ ਹੈ, ਪੋਜ਼ਿਟਿਵ ਆਇਆ ਮੀਨਸ ਹੈਗਾ। ਇੱਕ ਹੁੰਦਾ ਐਂਟੀਬਾਡੀ ਟੈਸਟ। ਹੁਣ ਐਂਟੀਬਾਡੀ ਟੈਸਟਿੰਗ ਬਲੱਡ ਤੋਂ ਕਰੀਦੀ ਹੈ ਨਾ, ਉਹਦੇ ਚ IgG ਹੁੰਦੀ, IgM ਹੁੰਦੀ ਆ। IgM ਹੁੰਦੀ ਆ ਵੀ ਤੁਹਾਨੂੰ ਰੀਸੈਂਟਲੀ ਹੋਇਆ, ਉਹਨੇ ਵਿਦਿਨ ਫਿਊ ਵੀਕਸ ਫੇਡ ਹੋ ਜਾਣਾ। IgG ਮੀਨਸ ਪਿਛਲੇ ਕੁਝ ਮਹੀਨਿਆਂ ਪਹਿਲਾਂ ਹੋਇਆ ਸੀ। ਪੰਗਾ ਹੈਗਾ ਵੀ ਇਹ ਕਰੋਨਾ ਵਾਇਰਸ ਨੰਬਰ 7 ਹੈ। ਅੱਛਾ ਜੀ। 6 ਕਰੋਨਾ ਵਾਇਰਸ ਇਸ ਤੋਂ ਪਹਿਲਾਂ ਵੀ ਧਰਤੀ ਤੇ ਆ ਚੁੱਕੇ, ਸਾਡਾ ਕਦੀ ਨਾ ਕਦੀ ਵਾਹ ਪਿਆ ਹੋਊਗਾ ਕਿ ਨਹੀਂ ਪਿਆ ਹੋਏਗਾ ਸਾਨੂੰ ਨਹੀਂ ਪਤਾ। ਹੁਣ ਕਈ ਵਾਰ ਜਿਹੜੇ ਇਹ ਟੈਸਟਿੰਗ ਕਿਟ ਬਣੇ ਸ਼ਾਇਦ ਉਹ ਦੂਜਾ ਵਾਇਰਸ ਪਿਕਅਪ ਕਰ ਲੈਂਦੇ ਹਨ ਵੀ ਉਸ ਤੋਂ ਸਾਨੂੰ ਇਨਫੈਕਸ਼ਨ ਹੋਇਆ ਸੀ। ਸੋ ਐਂਟੀਬਾਇਓਟਿਕ ਟੈਸਟਿੰਗ ਇਸ ਲਈ ਇੰਨੀ ਰਿਲਾਇਬਲ ਨਹੀਂ ਹੈਗੀ। ਉਹ ਖਾਲੀ ਹੁੰਦੀ ਪਾਇਲਟ ਸਟੱਡੀ ਵਾਸਤੇ, ਮੇ ਬੀ ਆਡੀਅנס ਦੇ ਵਿੱਚ ਜਾਂ ਆਵਾਮ ਦੇ ਵਿੱਚ ਇੰਨੇ ਲੋਕਾਂ ਨੂੰ ਸ਼ਾਇਦ ਹੋਇਆ ਹੋਏਗਾ। ਜਿੱਦਾਂ ਹਿੰਦੁਸਤਾਨ ਦੇ ਵਿੱਚ 15% ਜਿਹੜੇ ਮਿਡਲ ਕਲਾਸ ਜਾਂ ਅਪਰ ਮਿਡਲ ਕਲਾਸ ਹੈਗੇ ਉਹਨਾਂ ਨੂੰ ਪੋਜ਼ਿਟਿਵ ਸ਼ੋ ਕਰ ਰਿਹਾ ਸੀ ਜਦੋਂ ਉਹਨਾਂ ਨੇ ਕੀਤਾ ਰਿਸਰਚ, ਤੇ 57% ਗਰੀਬ ਇਲਾਕਿਆਂ 'ਚ ਪੋਜ਼ਿਟਿਵ ਆ ਰਿਹਾ ਸੀ। ਹੁਣ ਦੇਖੋ ਜਿਹੜੀ ਟੈਸਟਿੰਗ ਹੈਗੀ ਆ ਹੁਣੇ ਸ਼ੁਰੂ ਹੋਈ ਹੈ ਇਹਦੀ, ਜਦੋਂ ਇਹਦੇ ਨਾਲ ਵਾਹ ਪਿਆ। ਹੁਣ ਸਲਾਈਵਾ ਟੈਸਟ ਆਊਗਾ, ਫਿਰ ਬ੍ਰੈਥ ਐਨਾਲਾਈਜ਼ਰ ਆਊਗਾ, ਕੋਈ ਨਾ ਕੋਈ ਟੈਸਟ ਇਦਾਂ ਵੀ ਬਣੂਗਾ ਵੀ 100% ਸਾਨੂੰ ਇਹਦੀ ਸੈਂਸਿਟੀਵਿਟੀ ਤੇ ਸਪੈਸੀਫਿਸਿਟੀ ਦੇਊਗਾ। ਸੈਂਸਿਟੀਵਿਟੀ ਦਾ ਮਤਲਬ ਇਹ ਹੁੰਦਾ ਵੀ ਜਿਹੜੀ ਚੀਜ਼ ਪੋਜ਼ਿਟਿਵ ਦੱਸ ਰਿਹਾ ਉਹਦੇ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਆ। ਸਪੈਸੀਫਿਸਿਟੀ ਮੀਨਸ ਉਹੀ ਚੀਜ਼ ਹੈਗੀ ਆ ਜਿਹਨੂੰ ਤੁਸੀਂ ਲੱਭ ਰਹੇ ਸੀ। ਸੋ ਸੈਂਸਿਟੀਵਿਟੀ ਔਰ ਸਪੈਸੀਫਿਸਿਟੀ ਦੋ ਚੀਜ਼ਾਂ ਚੱਲਦੀਆਂ, ਔਰ ਇਹਦੇ ਉੱਤੇ ਵੀ ਸਾਇੰਸ ਵਿਕਸਿਤ ਜ਼ਰੂਰ ਹੋਊਗੇ। ਡਾਕਟਰ ਸਾਹਿਬ, ਇੰਡੀਆ ਦੇ ਵਿੱਚ ਸਾਨੂੰ ਬਹੁਤ ਸਾਰੇ ਲੋਕ ਦੇਖਦੇ ਆ ਇਸ ਪ੍ਰੋਗਰਾਮ ਨੂੰ, ਆਖਰ ਦੇ ਵਿੱਚ ਅਸੀਂ ਉਹਦੇ ਬਾਰੇ ਪੁੱਛਣਾ ਚਾਹੁੰਦੇ ਹਾਂ। ਉੱਥੇ ਇੱਕ ਗੱਲ ਬਹੁਤ ਪ੍ਰਚਲਿਤ ਹੋ ਰਹੀ ਹੈ, ਵੈਸੇ ਤਾਂ ਉਹਨਾਂ ਦੇ ਹਾਲਾਤ ਨੇ ਆਪਾਂ ਨਹੀਂ ਇੱਥੋਂ ਜੱਜ ਕਰ ਸਕਦੇ, ਪਰ ਵੈਸੇ ਜੇ ਤੁਸੀਂ ਇਹਨੂੰ ਥੋੜ੍ਹੀ ਜਿਹੀ ਸਲਾਹ ਦੇ ਬਹੁਤ ਸਾਰੇ ਲੋਕ ਕਹਿੰਦੇ ਵੀ ਸਾਨੂੰ ਘਰ 'ਚ ਰਹਿ ਕੇ ਠੀਕ ਹੋ ਜਾਣਾ। ਅਸੀਂ ਪਿੰਡਾਂ ਦੇ ਪਿੰਡ ਜਿਹੜੇ ਆ ਉਹ ਕਈ ਵਾਰੀ ਵੀਡੀਓਜ਼ ਆਉਂਦੀਆਂ ਵੀ ਤੁਸੀਂ ਹਸਪੀਟਲ ਨਾ ਜਾਓ, ਜਿੰਨੀਆਂ ਮੌਤਾਂ ਹੋ ਰਹੀਆਂ ਹਸਪੀਟਲਸ ਹੋ ਰਹੀਆਂ, ਤੁਸੀਂ ਆਪਣੇ ਘਰ ਰਹੋ, ਜੇ ਬਿਮਾਰੀ ਹੋ ਗਈ ਆ ਪਾਸੇ ਹੋ ਜਾਓ ਤੇ ਤੁਸੀਂ ਠੀਕ ਹੋ ਜਾਣਾ। ਲੋਕ ਜਿਹੜੇ ਹੈਲਥ ਡਿਪਾਰਟਮੈਂਟ ਵਾਲੇ ਉਹ ਗਏ, ਲੋਕ ਇੱਟਾਂ ਵੱਟਾਂ ਵੀ ਮਾਰ ਰਹੇ ਆ, ਪੁਲਿਸ ਵੀ ਜਾ ਰਹੀ ਆ। ਕੀ ਲੱਗਦਾ ਵੀ ਜੇ ਘਰ ਰਹਿ ਲੈਣਾ ਤਾਂ ਜ਼ਿਆਦਾ ਸੇਫ ਆ ਜਾਂ ਹਸਪੀਟਲ ਹੀ ਜਾਣਾ ਚਾਹੀਦਾ? ਦੇਖੋ ਆਲ ਓਵਰ ਵਰਲਡ ਅਗਰ ਸਮਝੋ 100 ਲੋਕਾਂ ਨੂੰ ਕੋਵਿਡ ਹੁੰਦਾ ਜੀ ਤੇ 95 ਘਰੇ ਠੀਕ ਹੁੰਦੇ। ਅੱਛਾ ਜੀ। ਜਾਂ 95% ਲੋਕ ਤਾਂ ਉਦਾਂ ਹੀ ਠੀਕ ਹੁੰਦੇ। ਵਾਹ। ਸਿਰਫ 5% ਨੂੰ ਜਾਣ ਦੀ ਲੋੜ ਪੈਂਦੀ ਹੈ ਹਸਪੀਟਲ, ਜਿਨ੍ਹਾਂ ਨੂੰ ਸਾਹ ਚੜ ਰਿਹਾ, ਸਾਹ ਲੈਣ 'ਚ ਔਖਿਆਈ ਆ, ਜਾਂ ਉਹਨਾਂ ਨੂੰ ਇਹੋ ਜਿਹੀ ਕੰਡੀਸ਼ਨ ਹੈ ਵੀ ਉਹਨਾਂ ਨੂੰ ਹਸਪੀਟਲ ਆਕਸੀਜਨ ਦੀ ਲੋੜ ਪਊਗੀ। 2% ਲੋਕ ਆ ਵੈਂਟੀਲੇਟਰ ਦੇ ਉੱਤੇ ਜਾਂਦੇ। ਔਰ BC ਦੇ ਵਿੱਚ ਤੁਸੀਂ ਹੈਰਾਨ ਹੋ ਗਏ, 89% ਲੋਕ ਜਿਹੜੇ ਵੈਂਟੀਲੇਟਰ ਤੇ ਗਏ ਸੀ ਉਹ ਨਹੀਂ ਮਰੇ, ਮਤਲਬ ਆਲਮੋਸਟ 90% ਅਸੀਂ ਸੇਵ ਕਰ ਲਏ ਜਿਹੜੇ ਵੈਂਟੀਲੇਟਰ ਤੇ ਵੀ ਗਏ ਸੀ। ਆਲ ਓਵਰ ਵਰਲਡ ਸਿਰਫ 60% ਲੋਕ ਜਿਹੜੇ ਵੈਂਟੀਲੇਟਰ 'ਚ ਗਏ ਉਹ ਸੇਵ ਹੋਏ। ਸਿਰਫ BC ਦਾ ਇੱਕ ਰਿਕਾਰਡ ਹੈਗਾ। ਵਾਹ ਵਾਹ। ਔਰ ਇੱਥੇ ਅਸੀਂ ਬਹੁਤ ਐਡਵਾਂਸ ਕੇਅਰ ਕਰ ਰਹੇ। ਕਈ ਵਾਰ ਨਾ ਇੱਦਾਂ ਹੁੰਦਾ, ਮੈਂ ਹੁਣ ਚਲੋ ਗੱਲ ਸ਼ੁਰੂ ਹੋਈ ਆ, ਲੰਗਸ ਜਿਹੜੀ ਹੈਗੀਆਂ ਉਹ ਕੰਮ ਨਹੀਂ ਕਰ ਰਹੀਆਂ। ਤੁਸੀਂ ਵੈਂਟੀਲੇਟਰ ਦੇਈ ਜਾ ਰਹੇ ਹੋ ਨਾ, ਉਹ ਕੰਮ ਨਹੀਂ ਕਰ ਰਿਹਾ। ਫਿਰ ਤੁਸੀਂ ਹਾਰਟ ਲੰਗ ਮਸ਼ੀਨ 'ਚ ਪਾਉਂਦੇ, ਇੱਥੋਂ ਕੈਨੂਲਾ ਪਾ ਕੇ, ਇੱਥੋਂ ਜਿੱਦਾਂ ਨਹੀਂ ਜਦੋਂ ਹਾਰਟ ਦਾ ਆਪਰੇਸ਼ਨ ਕਰੀਦਾ ਉਦੋਂ ਹਾਰਟ ਨੂੰ ਸੁਲਾ ਕੇ ਕਰੀਦਾ ਨਾ। ਅੱਛਾ ਜੀ। ਤੇ ਉਹ ਮਸ਼ੀਨ ਜਿਹੜਾ ਕੰਮ ਕਰ ਰਹੀ ਹੁੰਦੀ ਹੈ, ਕਿਉਂਕਿ ਲੰਗਸ ਨੇ ਤਾਂ ਖਾਲੀ ਆਕਸੀਜਨ ਦੇਣਾ। ਉਹ ਜਿਹੜਾ ਬਲੱਡ ਤੁਹਾਡਾ ਗਿਆ ਉਹ ਹਾਰਟ ਲੰਗ ਮਸ਼ੀਨ ਤੋਂ ਆਕਸੀਜਨ ਪੰਪ ਹੋ ਕੇ ਤੁਹਾਡੀ ਬਾਡੀ ਨੂੰ ਸਪਲਾਈ ਹੋ ਰਿਹਾ। ਉਹਨੂੰ ਕਹਿੰਦੇ ਆ ਜਿਹੜਾ ਚਿਲਡਰਨਸ ਹਸਪੀਟਲ ਵੀ ਹੁਣ ਮਸ਼ੀਨ ਹੈਗੀ ਆ, ਔਰ ਐਡਲਟ ਸਾਰੇ ਹਸਪੀਟਲਾਂ 'ਚ ਇੱਥੇ ਹੈਗੀ ਆ। ਉਹਦੇ ਵਿੱਚ ਬੱਚਿਆਂ ਦੇ ਵਿੱਚ ਕਈ ਵਾਰ ਲੰਗਸ ਜਦੋਂ ਜੰਮਦੇ ਆ ਨਾ ਖਰਾਬ ਹੋਣ, ਤੇ ਅਸੀਂ ਉਹਨਾਂ ਨੂੰ ਉਸ ਪ੍ਰੋਸੈਸ ਦੇ ਵਿੱਚੋਂ ਭੇਜਦੇ ਹਾਂ, ਔਰ ਬਹੁਤ ਸਕਸੈਸ ਸਾਨੂੰ ਮਿਲਦੀ ਆ। ਔਰ ਬਹੁਤ ਸਾਰੇ ਸਾਡੇ ਪੇਸ਼ੈਂਟਸ ਅਸੀਂ, ਕਿਉਂਕਿ ਸਾਡੇ ਕੋਲ ਟੈਕਨੋਲੋਜੀ ਹੈਗੀ, ਹਰ ਕੰਟਰੀ 'ਚ ਟੈਕਨੋਲੋਜੀ ਨਹੀਂ ਅਵੇਲੇਬਲ ਹੈਗੀ। ਸੋ ਐਡਵਾਂਸ ਲੈਵਲ ਆਫ ਕੇਅਰ ਹੈਗਾ। ਹਸਪੀਟਲ ਦੇਖੋ ਉਹੀ ਜਾਂਦਾ ਜਿਹੜਾ ਸਿੱਖ ਆ, ਸੋ ਇਸ ਲਈ ਉਹਦੇ ਮੌਤ ਦੇ ਹੋਣ ਦੇ ਵੀ ਚਾਂਸਸ ਵੱਧ ਜਾਂਦੇ ਆ। ਔਰ ਮੈਨੂੰ ਇਸ ਵੇਲੇ ਬੰਬੇ ਦੇ ਜ਼ਿਆਦਾ ਹਸਪੀਟਲ ਦਾ ਪਤਾ, ਕੁਝ ਪ੍ਰਾਈਵੇਟ ਹਸਪੀਟਲਾਂ ਨੂੰ ਉੱਥੇ ਇਜਾਜ਼ਤ ਮਿਲੀ ਆ, ਲੇਕਿਨ ਬਹੁਤਾ ਗਵਰਨਮੈਂਟ ਹਸਪੀਟਲ ਹੀ ਪਹਿਲੋਂ ਅਲਰਟ ਸੀ। ਮੇਰੇ ਖਾਸ ਫਰੈਂਡ ਡਾਕਟਰ ਗਿਰੀਸ਼ ਰਾਜ ਅਧਿਕਸ਼ ਆ, ਉਹ ਬੰਬੇ ਦਾ ਜਿਹੜਾ ਕੋਵਿਡ ਦਾ ਕੇਅਰ ਆ ਉਹ ਮੋਨੀਟਰ ਕਰ ਰਹੇ ਆ। ਔਰ ਉਹ ਦੱਸ ਰਹੇ ਆ ਵੀ ਹੌਲੀ ਹੌਲੀ ਜਿਹੜੇ ਨੰਬਰਸ ਹਸਪੀਟਲ ਹੋਣੇ ਘਟ ਗਏ ਆ। ਸੋ ਕਿਤੇ ਨਾ ਕਿਤੇ ਮੈਨੂੰ ਆਸ ਆ ਵੀ ਹੁਣ ਅਗਲਾ ਮਹੀਨਾ ਹਿੰਦੁਸਤਾਨ ਵਾਸਤੇ ਸ਼ਾਇਦ ਥੋੜਾ ਠੀਕ ਬੀਤੇ, ਕਿਉਂਕਿ ਪਿਛਲੇ 1-2 ਮਹੀਨੇ ਉਹਨਾਂ ਦੇ ਲਈ ਕਾਫੀ ਖਰਾਬ ਰਹੇ ਨੇ। ਡਾਕਟਰ ਸਾਹਿਬ, ਬਹੁਤ ਸਾਰੀਆਂ ਮੈਂਟਲ ਪ੍ਰੋਬਲਮਸ ਆ ਜਾਂਦੀਆਂ, ਟੈਨਸ਼ਨਸ ਹੋ ਜਾਂਦੀਆਂ, ਜਾਂ ਸਾਰੇ ਕੁਝ ਦੇ ਵਿੱਚ ਅਸੀਂ ਦੇਖਦੇ ਹਾਂ
ਆਖਰ ਦੇ ਵਿੱਚ ਸਾਨੂੰ ਜ਼ਰੂਰ ਕੋਈ ਇੱਦਾਂ ਦੀ ਚੀਜ਼ ਜਿਹੜਾ ਅਧਿਆਤਮਕ ਸੰਦੇਸ਼ ਸਾਡੇ ਲਈ, ਤਾਂ ਕਿ ਲੋਕ ਸਟਰੋਂਗ ਰਹਿ ਸਕਣ ਇਸ ਪੈਂਡੈਮਿਕ ਦੇ ਵਿੱਚ, ਕਿਉਂਕਿ ਸਿਹਤ ਦੇ ਨਾਲ ਨਾਲ ਮਨ ਦਾ ਜਿਹੜਾ ਤਾਕਤਵਰ ਹੋਣਾ ਵੀ ਬਹੁਤ ਜ਼ਰੂਰੀ ਹੈ ਜੀ। ਦੇਖੋ ਜਦੋਂ ਨਾ 40 ਕੁ ਵਰੇ ਪਹਿਲੋਂ ਏਡਸ ਦੀ ਮਹਾਮਾਰੀ ਆਈ ਸੀ, ਹੈ ਨਾ ਜੀ, ਉਦੋਂ ਬੜਾ ਕੁਛ ਹੋਇਆ ਵੀ ਪਤਾ ਨਹੀਂ ਕੀ ਹੋ ਜਾਣਾ, ਪਤਾ ਨਹੀਂ ਧਰਤੀ ਦੇ ਵਿੱਚੋਂ ਇਨਸਾਨ ਨੇ ਖਤਮ ਹੋ ਜਾਣਾ, ਇਮਿਊਨ ਸਿਸਟਮ ਖਰਾਬ ਹੋ ਜਾਣਾ, ਹੈ ਨਾ। ਲੇਕਿਨ ਜਿਹੜਾ ਡਰ ਆ ਉਹ ਜ਼ਿਆਦਾ ਖਰਾਬ ਕਰਦਾ ਬਿਮਾਰੀ ਤੋਂ, ਹੈ ਨਾ ਜੀ। ਔਰ ਜਿਹੜਾ ਡਰ ਆ ਉਹਨੂੰ ਘਟਣ ਵਾਸਤੇ, ਘਟਾਉਣ ਵਾਸਤੇ ਜਿਹੜੀ ਅਧਿਆਤਮਿਕ ਗਿਆਨ ਆ, ਭਾਵੇਂ ਉਹ ਸਨਾਤਨ ਲੈ ਲਓ, ਭਾਵੇਂ ਗੁਰਬਾਣੀ ਦਾ ਲੈ ਲਓ, ਭਾਵੇਂ ਇਸਲਾਮ ਦਾ ਲੈ ਲਓ, ਚਰਚ ਦਾ ਲੈ ਲਓ, ਆਲਮੋਸਟ ਸੇਮ ਹੀ ਗੱਲ ਕਰੇਗਾ, ਹੈ ਨਾ ਜੀ। ਵੀ ਨਿਰਭਉ ਜਪੇ ਸਗਲ ਭਉ ਮਿਟੇ। ਵਾਹ। ਜਦੋਂ ਨਿਰਭਉ ਦਾ ਜਾਪ ਕਰਦੇ ਆ, ਜਦੋਂ ਸਾਡਾ ਮੂਲ ਮੰਤਰ ਹੈ ਉਹਦੇ ਵਿੱਚ ਨਿਰਭਉ ਲਫ਼ਜ਼ ਹੁੰਦਾ, ਨਿਰਭਉ ਨਿਰਵੈ, ਨਿਰਭਉ ਜਪੇ ਸਗਲ ਭਉ ਮਿਟੇ। ਸਾਰੇ ਤੁਹਾਡੇ ਡਰ ਜਿਹੜੇ ਹੈਗੇ ਆ, ਤੁਹਾਡੇ ਫੀਅਰਸ ਹੈਗੇ ਆ, ਤੁਹਾਡੇ ਫੋਬੀਆਸ ਆ, ਕੱਟਣੇ ਸ਼ੁਰੂ ਹੋ ਜਾਂਦੇ। ਸੋ ਮੇਰੀ ਬੇਨਤੀ ਆ ਸਾਰਿਆਂ ਨੂੰ, ਤੁਸੀਂ ਸੂਝਵਾਨ ਹੈਗੇ ਹੋ, ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਅਗਰ ਆਪਾਂ 10 ਤੋਂ 30 ਅੰਗ ਰੋਜ਼ ਦਰਸ਼ਨ ਕਰੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ, ਤਾਂ ਅਸੀਂ 6 ਮਹੀਨੇ ਸਾਲ 'ਚ ਇੱਕ ਸਹਿਜ ਪਾਠ ਕਰ ਸਕਦੇ ਹਾਂ। 1430 ਅੰਗ, 1430 ਅੰਗ ਦਰਸ਼ਨ ਕਰਨੇ ਇਸ ਲਈ ਜ਼ਰੂਰੀ ਆ ਕਿ ਕਿਉਂਕਿ ਪੂਰੇ ਗੁਰ ਕਾ ਸੁਨ ਉਪਦੇਸ਼, ਪੂਰੇ ਗੁਰੂ ਦੇ ਦਰਸ਼ਨ ਹੋਣਗੇ। ਦੇਖੋ ਅਸੀਂ ਗੁਟਕਾ ਸਾਹਿਬ ਦੇ ਨਾਲ 5 ਬਾਣੀਆਂ ਨਿਤਨੇਮ ਕਰਦੇ ਹਾਂ, ਉਹ ਠੀਕ ਹੈ, ਉਹ ਰੂਟੀਨ ਹੈਗੀ ਸਾਡੀ, ਲੇਕਿਨ ਉਸ ਤੋਂ ਗਾਂਹ ਵਧਣਾ, ਆਪਾਂ ABCD 'ਚ ਨਹੀਂ ਰਹਿਣਾ, ਆਪਾਂ PhD ਲੈਵਲ ਤੇ ਜਾਣਾ ਵਿਗਿਆਨ, ਔਰ ਉਹ ਗਿਆਨ ਨੂੰ ਫਿਰ ਇਨਕੋਰਪੋਰੇਟ ਕਰਨਾ। ਸੁਣਿਆ, ਮੰਨਿਆ, ਮਨ ਕੀਤਾ ਪਾਓ। ਪਹਿਲੋਂ ਜਦੋਂ ਅਸੀਂ ਪੜ੍ਹਦੇ ਉਹਨੂੰ ਸੁਣਿਆ ਕਰੋ ਆਪਣੇ ਕੰਨਾਂ ਦੇ ਨਾਲ, ਫਿਰ ਉਹਨੂੰ ਮੰਨੋ ਜੋ ਗੁਰਬਾਣੀ ਕਹਿੰਦੀ ਹੈ ਸੱਤ ਹੈ। ਹੁਣ ਮੈਂ ਦੇਖੋ ਸਾਇੰਸ ਦਾ ਵਿਦਿਆਰਥੀ ਹਾਂ, ਬਟ ਮੈਨੂੰ ਗੁਰਬਾਣੀ 'ਚ ਜ਼ੀਰੋ ਅਨਸਾਇੰਟਿਫਿਕ ਗੱਲ ਨਜ਼ਰ ਆਉਂਦੀ, ਕਦੀ ਵੀ ਮੈਨੂੰ ਕਿੰਤੂ ਪਰੰਤੂ ਨਹੀਂ ਆਊਗਾ। ਸੁਣਿਆ, ਮੰਨਿਆ, ਮਨ ਕੀਤਾ ਭਾਓ, ਅੰਦਰ ਪ੍ਰੇਮ, ਸ਼ਰਧਾ ਔਰ ਭਾਵਨਾ ਲੈ ਕੇ ਆਓ। ਅੱਜ ਤੋਂ ਕਰੀਬਨ 400 ਵਰੇ ਸਾਲ ਪਹਿਲੋਂ ਜੀ, ਉਦੋਂ ਵੀ ਕੋਡ ਦਾ ਬਹੁਤ ਪ੍ਰਸਾਰ ਸੀ, ਲੈਪਰਸੀ ਦਾ। ਮਹਾਰਾਜ ਨੇ, ਪੰਜਵੇਂ ਪਾਤਸ਼ਾਹ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪ ਕੋੜੀਆਂ ਦਾ ਇਲਾਜ ਕੀਤਾ ਹੱਥੀਂ। ਤਾਂ ਉਦੋਂ ਕੀ ਗਿਆ ਸੀ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਾਲ ਕਲੇਸ਼ ਤਨ ਮਹਿ ਮਿਟਾਓ। ਸੋ ਸਿਮਰਨ ਦੇ ਨਾਲ ਕਾਲ ਕਲੇਸ਼ ਤਨ ਦੇ ਵਿੱਚ, ਮਨ ਦੇ ਵਿੱਚ ਮਿਟ ਜਾਂਦੇ ਆ। ਜੁੜਿਆ ਰਿਹਾ ਕਰੋ, ਖੁਸ਼ ਰਿਹਾ ਕਰੋ। ਬਾਣੀ, ਬਾਣਾ, ਸਿੱਖੀ, ਸਿੱਖਿਆ, ਗੁਰ ਵਿਚਾਰ। ਸੋ ਜੁੜ ਜਾਓ ਸ਼ਬਦ ਗੁਰੂ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਮਿਹਰਬਾਨੀ। ਬਹੁਤ ਬਹੁਤ ਧੰਨਵਾਦ। ਦੋਸਤੋ, ਡਾਕਟਰ ਪ੍ਰਗਟ ਸਿੰਘ ਪੁਰ ਜੀ ਹੋਣਾ ਦੇ ਨਾਲ ਅਸੀਂ ਬਹੁਤ ਵਿਸਥਾਰ ਦੇ ਵਿੱਚ ਗੱਲਬਾਤ ਕੀਤੀ, ਔਰ ਇਸ ਵੇਲੇ ਜਿਹੜੀ ਸਿਚੁਏਸ਼ਨ ਹੈ, ਕਿਉਂਕਿ ਹਰ ਰੋਜ਼ ਨਵੀਂ ਇਨਫੋਰਮੇਸ਼ਨ ਆ ਰਹੀ ਹੈ ਔਰ ਬਦਲ ਰਹੀ ਹੈ, ਔਰ ਉਹਦੇ ਬਾਰੇ ਉਹ ਪਹਿਲੀ ਦਿੱਤੀ ਗਈ ਜਾਣਕਾਰੀ ਨਾਲੋਂ ਵੱਖਰੀ ਵੀ ਹੁੰਦੀ ਹੈ। ਸੋ ਅਸੀਂ ਅੱਜ ਉਹਨਾਂ ਦੇ ਨਾਲ ਗੱਲਬਾਤ ਕੀਤੀ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਸੋਮਵਾਰ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ ਇੱਕ ਵੱਖਰੀ ਸ਼ਖਸੀਅਤ ਨਾਲ, ਵੱਖਰੇ ਵਿਸ਼ੇ ਤੇ। ਅਲਵਿਦਾ ਦੋਸਤੋ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।